ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 250 ਤੇ ਹੇਠੋਂ ਤੀਸਰੀ ਪੰਗਤੀ ਹੈ ਪਵੜੀ, ਜਿਹਨੂੰ ਆਪਾਂ ਪੰਜਾਬੀ ਕਹਿੰਦੇ ਪੌੜੀ, ਹਿੰਦੀ ਕਹਿੰਦੇ ਨੇ ਪਵੜੀ। ਹਿੰਦੀ ਦਾ ਵਾਵਾ ਪੰਜਾਬੀ 'ਚ ਆ ਕੇ ਊੜਾ ਬਣ ਜਾਂਦਾ। ਸੱਸਾ ਸਤ 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 ਸੋ, ਸਤ ਪੁਰਖ ਤੇ ਭਿੰਨ ਨਾ ਕੋ। ਪਰਮਾਤਮਾ ਸਤ ਹੈ, ਸਤ ਹੈ, ਸਤ ਹੈ। ਸਤ ਉਹਦਾ ਜਿਹੜਾ ਸਦਾ ਰਹਿਣ ਵਾਲਾ ਹੋਵੇ। ਕੂੜ ਹੁੰਦਾ ਜੋ ਬਿਨ ਸਜਾਣ ਵਾਲਾ ਹੋਵੇ। ਪਰਮਾਤਮਾ ਤੋਂ ਬਿਨਾਂ ਸਾਰਾ ਕੂੜ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਸੋ ਸਦਾ ਰਹਿਣ ਵਾਲਾ ਪਰਮਾਤਮਾ ਹੈ। ਸੋ ਮੈਨੇ ਉਹ ਸਤ 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 ਸੋ, ਉਹ ਸਦਾ ਰਹਿਣ ਵਾਲਾ ਹੈ। ਸਤ ਪੁਰਖ ਤੇ ਭਿੰਨ ਨਾ ਕੋ। ਪਰਮਾਤਮਾ ਤੋਂ ਅਲੱਗ ਕੋਈ ਨਹੀਂ ਹੈ। ਸਾਰੇ ਪਰਮਾਤਮਾ ਦੇ ਹੁਕਮ ਵਿੱਚ ਹਨ। ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਜਿਵੇਂ ਪਰਮਾਤਮਾ ਕਹਿੰਦੇ ਜਿਤ ਜਿਤ ਲਾਵੋ ਤਿਤ ਤਿਤ ਲਗਣਾ। ਹੇ ਪਰਮਾਤਮਾ, ਜਿਸ ਜਿਸ ਪਾਸੇ ਤੁਸੀਂ ਲਾਉਂਦੇ ਹੋ ਅਸੀਂ ਉਸੇ ਪਾਸੇ ਲੱਗੇ ਹੋਏ ਹਾਂ। ਇੱਕ ਬੀਬੀ ਮੈਨੂੰ ਪੁੱਛਦੀ, ਮੇਰਾ ਪਤੀ ਸ਼ਰਾਬ ਪੀਂਦਾ, ਉਸਨੂੰ ਪਰਮਾਤਮਾ ਨੇ ਲਾਇਆ। ਮੈਂ ਕੀ ਤੁਹਾਡੇ ਕਹਿਣ 'ਤੇ ਉਹ ਪੀਣੋਂ ਹਟ ਗਿਆ? ਬੋਲੋ ਕਿ ਨਹੀਂ। ਮੈਂ ਜਿਹਨੇ ਲਾਇਆ ਉਹੀ ਹਟਾਊ, ਇਸ 'ਚ ਕੋਈ ਸ਼ੱਕ ਨਹੀਂ। ਚੋਰ ਹੈ, ਡਾਕੂ ਹੈ, ਲੁਟੇਰਾ ਹੈ, ਸਾਧ ਹੈ, ਸੰਤ ਹੈ, ਸਭ ਪਰਮਾਤਮਾ ਨੇ ਲਾਏ ਹੋਏ ਨੇ। ਨਹੀਂ ਤਾਂ ਬਾਣੀ ਗਲਤ ਹੋ ਜੇ। ਬਾਣੀ ਕਹਿੰਦੀ ਹੈ ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ। ਹੇ ਪਰਮਾਤਮਾ, ਜਿੱਥੇ ਜਿੱਥੇ ਤੁਸੀਂ ਕਿਸੇ ਨੂੰ ਲਾਉਂਦੇ ਉੱਥੇ ਉੱਥੇ ਲੱਗਾ ਹੋਇਆ। ਮੈਂ ਉਹਨੂੰ ਪਰਮਾਤਮਾ ਨੇ ਪੀਣ ਲਾਇਆ। ਹੁਣ ਪਰਮਾਤਮਾ ਉਸ ਨੂੰ ਹਟਾਓ, ਤੁਸੀਂ ਨਹੀਂ ਹਟਾ ਸਕਦੇ। ਮੈਂ ਤੁਸੀਂ ਲਾ ਲੈਣਾ ਕਈ ਸਾਲਾਂ ਦਾ ਜ਼ੋਰ, ਹਾਂ ਕਿ ਨਹੀਂ ਹਟਦਾ, ਉਹੀ ਹਟਾਓ। ਕਿ ਉਹ ਕਿਵੇਂ ਹਟਾਊਗਾ? ਮੈਂ ਵਾਹ ਵਾਹ ਬਾਣੀ ਨਿਰੰਕਾਰ ਹੈ। ਬਾਣੀ ਰੱਬ ਰੂਪ ਹੈ। ਇਹ ਬਾਣੀ ਉਹਨੂੰ ਹਟਾਊਗੀ। ਹੁਣ ਰੱਬ ਨੇ ਲਾਇਆ, ਰੱਬ ਹੀ ਹਟਾਊਗਾ ਉਹਨੂੰ। ਆ ਲੈ ਬਾਣੀ, ਪਾਣੀ ਰੱਖ ਕੇ ਦਾ ਕਰ ਜਾਪ। ਫਿਰ ਤੂੰ ਗੁਰੂ ਮਹਾਰਾਜ ਨੂੰ ਕਰੀ ਬੇਨਤੀ, ਸੱਚੇ ਪਾਤਸ਼ਾਹ ਨੂੰ ਸ਼ਰਾਬੀ ਨੂੰ ਹਟਾਓ। ਆਪ ਟੋਟਕੇ ਕਰਦੀ ਬੰਦ। ਜੇ ਤੂੰ ਵਿੱਚ ਟੋਟਕੇ ਕਿ ਗੁਰੂ ਮਰ ਗਿਆ, ਚੰਗਾ ਤੂੰ ਹੀ ਹਟਾ ਲੈ। ਫਿਰ ਮੈਂ ਤੁਸੀਂ ਹਟਣਾ ਨਹੀਂ ਟੋਕ ਟਕਾਈ ਤੋਂ। 40 ਦਿਨ ਤੁਹਾਨੂੰ ਟੋਕ ਟਕਾਈ ਨਹੀਂ ਕਰਨੀ। ਜਿੰਨੇ ਪੀਂਦੇ ਪੀਵੀ ਜਾਣ, ਜੋ ਮਰਜ਼ੀ ਕਰਦੇ। ਪਰ ਗੁਰੂ ਮਹਾਰਾਜ ਨੂੰ ਕਹੋ, ਗੁਰੂ ਮਹਾਰਾਜ ਆਪੇ ਹਟਾ ਦੇਣ। ਇਹ ਜਿਹੜੀ ਬਾਣੀ ਹੈ ਇਹ ਰੱਬ ਦੀ ਬਾਣੀ ਹੈ, ਇਹਨੇ ਆਪੇ ਹਟਾ ਦੇਣਾ। ਤੁਹਾਡੇ ਯਤਨਾਂ ਨਾਲ ਨਹੀਂ ਇਹਨੇ ਹਟਣਾ ਹੈ। ਰੱਬ ਦਾ ਲਾਇਆ, ਸਾਡੇ ਯਤਨ ਨਾਲ ਕਿਵੇਂ ਹਟ ਜਾਏਗਾ ਬਈ? ਰੱਬ ਦੀ ਕਿਰਪਾ ਨਾਲ ਹੀ ਹਟੇਗਾ। ਮੈਂ ਤਾਂ ਅਸੀਂ ਬਾਣੀ ਦਿੰਦੇ। ਸਮਝਾਉਣ ਨਾਲ ਤਾਂ ਮੇਰੇ ਸਮਝਾਇਆ ਨਹੀਂ ਹਟੇ ਸਾਡੇ ਰਿਸ਼ਤੇਦਾਰ। ਸਾਡੇ ਸਮਝਾਇਆ ਨਹੀਂ ਗੱਲ ਬਣਦੀ, ਪਰਮਾਤਮਾ ਹੀ ਹਟਾਉਂਦਾ। ਫਿਰ ਸੋ ਗੁਰੂ ਮਹਾਰਾਜ ਕਹਿੰਦੇ ਸੱਸਾ ਸਤ 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 ਸੋ। 52 ਅੱਖਰੀ ਹੈ ਨਾ, ਅੱਖਰਾਂ ਦੇ ਨਾਲ ਸ਼ੁਰੂ ਹੁੰਦਾ। ਪਰਮਾਤਮਾ ਸਤ ਹੈ, ਸਤ ਹੈ, ਸਤ ਹੈ, ਭਾਵ ਸਦਾ ਰਹਿਣ ਵਾਲਾ ਹੈ। ਸਤ ਪੁਰਖ ਤੇ ਭਿੰਨ ਨਾ ਕੋ। ਪਰ ਪਰਮਾਤਮਾ ਤੋਂ ਅਲੱਗ ਕੋਈ ਨਹੀਂ ਹੈ। ਸੋ ਸ਼ਰਨ ਪਰੈ ਜਿਹ ਪਾਏਂਗ। ਜਿਹਨੂੰ ਪਰਮਾਤਮਾ ਸ਼ਰਨ 'ਚ ਲਿਆਉਂਦਾ ਹੈ ਉਹੀ ਸ਼ਰਨ 'ਚ ਆਉਂਦਾ। ਅਸੀਂ ਆਪਣੀ ਮਰਜ਼ੀ ਨਾਲ ਸ਼ਰਨ 'ਚ ਵੀ ਨਹੀਂ ਜਾ ਸਕਦੇ। ਅਸੀਂ ਆਪਣੀ ਮਰਜ਼ੀ ਨਾਲ ਸਾਸੰਗ 'ਚ ਵੀ ਨਹੀਂ ਆ ਸਕਦੇ। ਪਰਮਾਤਮਾ ਹੀ ਲਿਆਉਂਦਾ ਹੈ। ਸੋ ਇਸ ਲਈ
ਉਹੀ ਸ਼ਰਨ ਪੈਂਦੇ ਪਰਮਾਤਮਾ ਦੇ ਜਿਨ੍ਹਾਂ ਨੂੰ ਪਰਮਾਤਮਾ ਸ਼ਰਨ ਪਾਉਂਦਾ ਹੈ। ਸਿਮਰ ਸਿਮਰ ਗੁਣ ਗਾਏ ਸੁਣਾਏਂਗ। ਫਿਰ ਜਿਹੜਾ ਪਰਮਾਤਮਾ ਦੀ ਸ਼ਰਨ 'ਚ ਆ ਜਾਂਦਾ ਹੈ, ਉਹ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ, ਉਹਦੇ ਗੁਣ ਗਾਉਂਦਾ ਰਹਿੰਦਾ ਤੇ ਗੁਣ ਦੂਜੇ ਨੂੰ ਸੁਣਾਉਂਦਾ ਰਹਿੰਦਾ। ਸੰਸੈ ਭਰਮ ਨਹੀਂ ਕੁਛ ਵਿਆਪਤ, ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ। ਪਰਮਾਤਮਾ ਜਿਹੜਾ ਤਪ ਤੇਜ ਬਹੁਤ ਹੈ, ਜਿਹੜਾ ਉਹਦਾ ਜਾਪ ਕਰਦਾ ਹੈ, ਉਹਨੂੰ ਕੋਈ ਸੰਸਾ ਨਹੀਂ ਹੁੰਦਾ, ਉਹਦੇ ਮਨ 'ਚ ਕੋਈ ਭਰਮ ਪੈਦਾ ਨਹੀਂ ਹੁੰਦਾ। ਸੰਸੇ ਭਰਮ ਦਾ ਉਸ 'ਤੇ ਅਸਰ ਕੋਈ ਨਹੀਂ ਹੁੰਦਾ, ਉਹ ਸੰਸਿਆਂ ਤੋਂ ਭਰਮਾਂ ਤੋਂ ਰਹਿਤ ਹੋ ਜਾਂਦਾ, ਕਿਉਂਕਿ ਪਰਮਾਤਮਾ ਦਾ ਨਾਮ ਜਪਦਾ ਹੋ। ਸੋ ਸਾਧੂ ਇਹ ਪਹੁੰਚਣ ਹਾਰਾ, ਨਾਨਕ ਤਾਕੈ ਸਦ ਬਲਿਹਾਰਾ। ਜਿਹੜਾ ਸਾਧੂ ਇੱਥੋਂ ਤੱਕ ਪਹੁੰਚ ਜਾਂਦਾ ਹੈ, ਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ ਸਦਾ ਹੀ ਬਲਿਹਾਰ ਜਾਂਦੇ ਹਾਂ। ਭਾਈ ਤੂੰ ਮਹਾਨ ਆਦਮੀ ਹੈ। ਅੱਗੇ ਕਹਿੰਦੇ ਸ਼ਲੋਕ, ਧਾਨ ਧਾਨ ਕਹਾਂ ਪੁਕਾਰਤੇ, ਮਾਇਆ ਮੋਹ ਸਭ ਕੂਰ। ਧਨ ਧਨ ਕਹਾ ਪੁਕਾਰਤੇ, ਮਾਇਆ ਮੋਹ ਸਭ ਕੂਰ। ਹੈ ਇਨਸਾਨ ਕਿਉਂ ਧਨ ਧਨ ਉਹ ਮਾਇਆ ਮਾਇਆ ਕਰੀ ਜਾ ਰਿਹਾ ਹੈ। ਜੇ ਕਹੋਗੇ ਨਾ ਕਹਾਂ ਦੇ ਦੋ ਅਰਥ ਹੁੰਦੇ ਹੈ, ਕਹਿਣਾ ਜਾਂ ਕਿੱਥੇ। ਕਹਾਂ ਹਿੰਦੀ ਦਾ ਸ਼ਬਦ ਹੈ ਜਿਹਦਾ ਮਤਲਬ ਕਹਿਣਾ, ਕੁਦਰਤ ਕਵਣ ਕਹਾਂ ਵਿਚਾਰ। ਕਹਾਂ ਭਾਵ ਆਖਾਂ, ਕਹਾਂ ਆਪ ਕਹਾਂ ਜਾ ਰਹੇ ਹੋ। ਕਹਾ ਦਾ ਅਰਥ ਹੁੰਦਾ ਕੀ, ਕਿਉਂ, ਕਿਵੇਂ। ਕੀ, ਕਿਉਂ, ਕਿਵੇਂ। ਧਨ ਧਨ ਕਹਾ ਪੁਕਾਰਤੇ, ਕਹਿੰਦੇ ਧਨ ਧਨ ਕਰਕੇ ਕਿਉਂ ਕਹੀ ਜਾਂਦੇ ਮਾਇਆ ਮਾਇਆ ਦੀ ਪੁਕਾਰ ਕਰਦੇ ਹੋ। ਮਾਇਆ ਮੋਹ ਸਭ ਕੂਰ। ਮਾਇਆ ਦਾ ਮੋਹ ਤੇ ਝੂਠ ਹੈ, ਕੂਰ ਭਾਵ ਕੂੜ। ਕਈ ਵਾਰੀ ਗੁਰਬਾਣੀ 'ਚ ਅੜਾੜੇ ਦੀ ਥਾਂ 'ਤੇ ਰਾਰਾ ਲਾਇਆ ਹੁੰਦਾ ਹੈ। ਮਾਇਆ ਦਾ ਮੋਹ ਸਭ ਝੂਠਾ ਹੈ। ਨਾ ਬਿਹੁਨੇ ਨਾਨਕਾ, ਹੋਤ ਜਾਤ ਸਭ ਧੂਰ। ਜਿਹੜੇ ਨਾਮ ਤੋਂ ਵੀ ਹੁਣੇ ਹਨ, ਭਾਵ ਜਿਹੜੇ ਨਾਮ ਨਹੀਂ ਜਪਦੇ, ਹੋਤ ਜਾਤ ਸਭ ਧੂਰ, ਉਹ ਸਭ ਮਿੱਟੀ ਘੱਟਾ ਬਣ ਜਾਂਦੇ ਹਨ। ਭਾਵ ਉਹਨਾਂ ਦੀ ਕੋਈ ਕੀਮਤ ਨਹੀਂ ਹੁੰਦੀ। ਇਹੋ ਜਿਹੇ ਮਰਿਆਂ ਨੂੰ ਕੋਈ ਮਗਰੋਂ ਯਾਦ ਨਹੀਂ ਕਰਦਾ, ਕੋਈ ਬਰਸੀਆਂ ਨਹੀਂ ਮਨਾਉਂਦਾ ਹੈਗਾ। ਨਾਮ ਜਪਣ ਵਾਲੇ ਦੀ ਮਗਰੋਂ ਬਰਸੀਆਂ ਮਨਾਈ ਜਾਂਦੀਆਂ ਹਨ, ਇਹਨਾਂ ਨੂੰ ਕੋਈ ਨਹੀਂ ਪੁੱਛਦਾ। ਜਿਵੇਂ ਮਿੱਟੀ ਘੱਟੇ ਨੂੰ ਕੋਈ ਨਹੀਂ ਪੁੱਛਦਾ, ਇਸ ਤਰ੍ਹਾਂ ਇਹ ਜਿਹੜੇ ਨਾਮ ਨਹੀਂ ਜਪਦੇ, ਇਹਨਾਂ ਦੀ ਕੋਈ ਕੀਮਤ ਨਹੀਂ ਹੁੰਦੀ। ਅੱਗੇ ਕਹਿੰਦੇ ਪਵੜੀ, ਤਦਾ ਧੂਰ ਪੁਨੀਤ ਤੇਰੇ ਜਨੂਆ, ਧਨ ਤੇਊ ਜੇ ਰੁਚਿ ਆ ਮਨੂਆ। ਤਦੇ ਅੱਖਰ ਹੀ ਕਰਦੇ ਨੇ। ਧੂਰ ਪ੍ਰੀਤ ਤੇਰੇ ਜਨੂਆ, ਜਨ ਪਾ ਭਗਤ। ਹੇ ਪਰਮਾਤਮਾ ਜਿਹੜੇ ਤੇਰੇ ਭਗਤ ਨੇ, ਉਹਨਾਂ ਦੀ ਚਰਨ ਧੂੜ ਪਵਿੱਤਰ ਕਰਨ ਵਾਲੇ ਹੈ। ਪੁਨੀਤ ਪਵਿੱਤਰ ਤੇਰੇ ਜਿਹੜੇ ਜਨ ਹਨ, ਤੇਰੇ ਜਿਹੜੇ ਸੇਵਕ ਹਨ, ਤੇਰੇ ਜਿਹੜੇ ਭਗਤ ਹਨ, ਉਹਨਾਂ ਦੀ ਚਰਨ ਧੂੜ ਮਨੁੱਖ ਨੂੰ ਪਵਿੱਤਰ ਕਰਦੀ ਹੈ। ਧਨ ਤੇਊ, ਉਹ ਧਨ ਹਨ ਜਿਹੇ ਰੁਚੀ ਐ ਮਨੂਆ, ਜਿਨ੍ਹਾਂ ਦੀ ਰੁਚੀ ਸਾਧੂਆਂ ਦੇ ਚਰਨ ਧੂੜ ਵਿੱਚ ਹੈ। ਜਿਨ੍ਹਾਂ ਦੀ ਰੁਚੀ ਜਿਹੜੀ ਹੈ, ਮਨ ਦੀ ਰੁਚੀ ਮਨੂਆ ਮਨ, ਜਿਨ੍ਹਾਂ ਦਾ ਮਨ ਦੀ ਰੁਚੀ ਚਰਨ ਧੂੜ ਵਿੱਚ ਹੈ, ਉਹ ਧਨ ਹਨ, ਉਹ ਧਨ ਹਨ। ਫਿਰ ਇਹੋ ਜਿਹੇ ਲੋਕੀ ਨੇ, ਧਨ ਨਹੀਂ ਬਾਂਛੈ, ਸੁਰਗ ਨਾ ਆਛੈ। ਪਹਿਲਾਂ ਬਾਂਛੈ, ਬੱਬੇ ਨੂੰ ਕਰਨਾ ਬਿੰਦੀ, ਬਾਂਛੈ ਹਿੰਦੀ ਦਾ ਸ਼ਬਦ ਹੈ, ਚਾਹੁੰਦੇ ਹਨ। ਆਛੈ ਇੱਛਾ ਕਰਨਾ, ਚਾਹਣਾ, ਅਰਥ ਇੱਕੋ ਦੋਨਾਂ ਦਾ। ਉਹ ਆਛੈ ਪੜ੍ਹਨਾ, ਉਹ ਬਾਂਛੈ ਪੜ੍ਹਨਾ।
ਧਨ ਨਹੀਂ ਬੰਛ। ਇਹ ਜਿਹੜੇ ਤੇਰੇ ਭਗਤ ਨੇ ਨਾ, ਉਹ ਧਨ ਨਹੀਂ ਚਾਹੁੰਦੇ। ਸੁਰਗ ਨਾ ਆਛੈ, ਸਵਰਗ ਦੀ ਕੋਈ ਇੱਛਾ ਨਹੀਂ ਰੱਖਦੇ ਵੀ ਅਸੀਂ ਸੁਰਗ ਜਾਈ ਵਰਕੇ ਜੀ, ਉਹਨਾਂ ਦੀ ਕੋਈ ਇੱਛਾ ਹੀ ਨਹੀਂ ਹੁੰਦੀ। ਜਿਹੜੇ ਨਾਨਕਸਰ ਵਾਲੇ ਸਨ ਮਹਾਂਪੁਰਖ, ਬਾਬਾ ਨਾਨਕ ਸਿੰਘ, ਉਹੀ ਅਰਦਾਸ ਕਹੇ ਸੱਚੇ ਪਾਤਸ਼ਾਹ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਮੈਨੂੰ ਸੱਚਖੰਡ ਨਹੀਂ ਚਾਹੀਦਾ, ਮੈਨੂੰ ਸਵਰਗ ਨਹੀਂ ਚਾਹੀਦਾ। ਬਸ ਮੈਂ ਜਿੰਨੀ ਵਾਰ ਵੀ ਜਨਮ ਲਵਾਂ ਤੇਰਾ ਕੂਕਰ ਬਣ ਕੇ ਰਹਾਂ। ਸੋ ਇਸ ਲਈ ਉਹਨਾਂ ਦਾ ਜਿਹੜਾ ਹੈ ਸਾਰਾ ਧਿਆਨ ਪਰਮਾਤਮਾ ਦੀ ਪ੍ਰਾਪਤੀ ਵੱਲ ਹੁੰਦਾ ਹੈ। ਉਹਨਾਂ ਨੂੰ ਪਤਾ ਇਹ ਚੀਜ਼ਾਂ ਤਾਂ ਵੈਸੇ ਹੀ ਆ ਜਾਣੀਆਂ ਨੇ, ਉਹਨਾਂ ਨੂੰ ਗਿਆਨ ਹੈ। ਸਾਨੂੰ ਗਿਆਨ ਹੈ ਪਰ ਅਸੀਂ ਉਸ ਤਰ੍ਹਾਂ ਕਰਦੇ ਨਹੀਂ ਹੈਗੇ। ਮੈਂ ਕਿੰਨੇ ਵਾਰੀ ਕਿਹਾ ਕਿ ਗੁਰੂ ਨਾਨਕ ਦਾ ਸਿੱਖ ਗਰੀਬ ਹੀ ਨਹੀਂ ਹੁੰਦਾ। ਅੱਜ ਲੱਖਾਂ ਜਿਹੜੇ ਨੇ ਹੈ ਰੁਪਈਏ ਕਰਜ਼ਾ ਚੜ੍ਹਿਆ ਹੋਇਆ ਗੁਰੂ ਨਾਨਕ ਦੇ ਸਿੱਖਾਂ ਦੇ, ਕਿਉਂਕਿ ਗੁਰੂ ਨਾਨਕ ਦੇ ਸਿੱਖ ਹੀ ਨਹੀਂ ਹੈਗੇ। 80% ਸਿੱਖ ਤੇ ਸ਼ਰਾਬਾਂ ਪੀਂਦੇ ਨੇ। ਇਹਨੂੰ ਕਿਹੜਾ ਗੁਰੂ ਨਾਨਕ ਨੂੰ ਆਪਣਾ ਟੇਕੀ ਜੇ ਮੱਥੇ? ਗੁਰੂ ਨਾਨਕ ਨੂੰ ਮੱਥੇ ਟੇਕੇ ਕੰਨ ਨੱਕ ਰਗੜੀ ਜੋ ਕਿ ਤੂੰ ਮੇਰੀ ਗੱਲ ਤਾਂ ਮੰਨਦੇ ਨੇ, ਮੈਂ ਤੇਰੇ ਮੱਥੇ ਨੂੰ ਕੀ ਕਰਾਂ? ਤੂੰ ਪੀਣੋਂ ਤੇ ਹਟਦਾ ਨਹੀਂ ਕੁਛ ਨਹੀਂ। ਜਿੰਨਾ ਚਿਰ ਚਾਹੇ 10 ਜਨ ਮੱਥੇ ਟੇਕੀ ਦੀ ਗੱਲ ਨਹੀਂ ਬਣਦੀ, ਮੰਨਣ ਨਾਲ ਗੱਲ ਬਣਦੀ ਹੈ। ਨੂੰਹ ਹੈ, ਸੱਸ ਨੂੰ ਮੱਥਾ ਟੇਕਦੀ, ਸੱਸ ਕਹਿੰਦੀ ਬੇਟਾ ਮੇਰਾ ਸਿਰ ਦੁਖਦਾ ਕੁੱਟਦੇ, ਇਹ ਨਹੀਂ ਹੁੰਦਾ ਮੇਰੇ ਤੋਂ, ਯਾਰ ਉਹਦਾ ਮੱਥਾ ਟੇਕਿਆ ਵੀ ਐਵੇਂ ਗਿਆ। ਇਸ ਲਈ ਸਾਡੇ ਮੱਥੇ ਮੁੱਥੇ ਟੇਕੇ ਕੋਈ ਉੱਥੇ ਕੀਮਤ ਨਹੀਂ ਪੈਂਦੀ ਹੈਗੀ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਹੇ ਪਰਮਾਤਮਾ ਜਿਹੜੇ ਤੇਰੇ ਭਗਤ ਨੇ ਉਹਨਾਂ ਨੂੰ ਧਨ ਨਹੀਂ ਚਾਹੀਦਾ, ਉਹ ਸਵਰਗ ਦੀ ਵੀ ਇੱਛਾ ਨਹੀਂ ਰੱਖਦੇ, ਫਿਰ ਕਾਹਦੀ ਇੱਛਾ ਰੱਖਦੇ ਨੇ? ਅਤ ਪ੍ਰਿਯ ਪ੍ਰੀਤ ਸਾਧ ਰਜ ਰਾਚੈ। ਸਾਧੂਆਂ ਦੀ ਚਰਨ ਧੂੜ ਦਾ ਉਹਨਾਂ ਦਾ ਅਤੀ ਪਿਆਰ ਹੁੰਦਾ ਹੈ। ਬਸ ਵੀ ਹੇ ਸੱਚੇ ਪਾਤਸ਼ਾਹ ਨੂੰ ਸਾਧੂ ਦੀ ਚਰਨ ਧੂੜ ਮਿਲ ਜਾਏ, ਬਸ ਇਹ 'ਚ ਰਚੇ ਰਹਿੰਦੇ ਨੇ, ਮਸਤ ਰਹਿੰਦੇ ਨੇ। ਤਦਾ ਧੂਰ ਪੁਨੀਤ ਤੇਰੇ ਜਨੂਆ, ਧਨ ਤੇਉ ਜੇ ਰੁਚਿਆ ਮਨੂਆ। ਤਦਾ ਧੂਰ ਪੁਨੀਤ ਤੇਰੇ ਜਨੂਆ, ਧਨ ਤੇਉ ਜੇ ਰੁਚਿਆ ਮਨੂਆ। ਪੁਨੀਤ ਤੇਰੇ ਜਨੂਆ, ਧਨ ਤੇਉ ਜੇ ਰੁਚਿਆ ਮਨੂਆ। ਧੂਰ ਪੁਨੀਤ ਤੇਰੇ ਜਨੂਆ, ਧਨ ਤੇਉ ਜੇ ਰੁਚਿਆ ਮਨੂਆ। ਧਨ ਨਹੀਂ ਬਾਛੈ ਸੁਰਗ ਨ ਆਛੈ, ਅਤ ਪ੍ਰਿਯ ਪ੍ਰੀਤ ਸਾਧ ਰਜ ਰਾਚੈ। ਧਨ ਨਹੀਂ ਬਾਛੈ ਸੁਰਗ ਨ ਆਛੈ, ਅਤ ਪ੍ਰਿਯ ਪ੍ਰੀਤ ਸਾਧ ਰਜ ਰਾਚੈ। ਅਤ ਪ੍ਰਿਯ ਪ੍ਰੀਤ ਸਾਧ ਰਜ ਰਾਚੈ। ਸੁਰਗ ਨ ਆਛੈ, ਅਤ ਪ੍ਰਿਯ ਪ੍ਰੀਤ ਸਾਧ ਰਜ ਰਾਚੈ। ਤੰਦੇ ਕਹਾ ਵਿਆਪਤ ਤਾਹੂ, ਜੋ ਏਕ ਛਾੜ ਅਨ ਕਤੈ ਨ ਜਾਹੂ। ਤਾਹੂ ਜਾਹੂ ਕਾਹੂ ਤੇਰੇ ਸ਼ਬਦ ਨੇ, ਬਿਨਾਂ ਟਿੱਪੀ ਤੋਂ ਬੋਲਣੇ। ਤਾਹੂ ਜਾਹੂ ਕਾਹੂ ਨਹੀਂ ਬੋਲਣਾ। ਤਾਹੂ ਉਸ ਨੂੰ, ਜਾਹੂ ਜਿਸ ਨੂੰ, ਕਾਹੂ ਕਿਸ ਨੂੰ। ਤੰਦੇ ਕਹਾ ਵਿਆਪਤ ਤਾਹੂ, ਉਸ ਨੂੰ ਧੰਦੇ ਦਾ ਅਸਰ ਨਹੀਂ ਪੈਂਦਾ, ਧੰਦਿਆਂ 'ਚ ਨਹੀਂ ਫਸਦੇ, ਉਹ ਸੰਸਾਰਕ ਝੰਜਣਾਂ 'ਚ ਨਹੀਂ ਫਸਦੇ। ਕੌਣ? ਜੋ ਏਕ ਛਾੜ ਅਣ ਕਤੈ ਨ ਜਾਹੂ, ਜਿਹੜੇ ਪਰਮਾਤਮਾ ਨੂੰ ਛੱਡ ਕਿਤੇ ਹੋਰ ਨਹੀਂ ਜਾਂਦੇ, ਉਹਨਾਂ 'ਤੇ ਮਾਇਆ ਦੇ ਧੰਦਿਆਂ ਦਾ ਕੋਈ ਅਸਰ ਨਹੀਂ ਹੈ। ਉਹ ਮਾਇਆ ਦੇ ਜੰਜਾਲ 'ਚ ਨਹੀਂ ਫਸਦੇ, ਕਿਉਂਕਿ ਉਹਦਾ ਸਾਰਾ ਧਿਆਨ
ਰੱਬ ਵੱਲ ਹੁੰਦਾ ਹੈ। ਹੋਰ ਕਿਸੇ ਪਾਸੇ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ। ਪ੍ਰਾਪਤੀ ਤਾਂ ਉਦੋਂ ਹੀ ਹੁੰਦੀ ਹੈ ਨਾ ਜੋ ਧਿਆਨ ਇੱਕੋ ਪਾਸੇ ਹੋ ਜਾਏ। ਜਦੋਂ ਧਿਆਨ ਇੱਕੋ ਪਾਸੇ ਹੋ ਜਾਏ ਫਿਰ ਜਾ ਕੇ ਕਿਸੇ ਚੀਜ਼ ਦੀ ਪ੍ਰਾਪਤੀ ਹੋਇਆ ਕਰਦੀ ਹੈ। ਜਾ ਕੇ ਹੀਏ ਦਿਓ ਪ੍ਰਭ ਨਾਮ, ਜਿਸ ਦੇ ਹਿਰਦੇ 'ਚ ਪ੍ਰਮਾਤਮਾ ਨੇ ਨਾਮ ਵਸਾਤਾ ਨਾ, ਨਾਨਕ ਸਾਧ ਪੂਰਨ ਭਗਵਾਨ, ਉਹ ਤੇ ਪੂਰਨ ਸਾਧੂ ਨੇ ਅਤੇ ਰੱਬ ਰੂਪ ਹਨ। ਉਹ ਤੇ ਸਾਧੂ ਨੇ ਤੇ ਰੱਬ ਰੂਪ ਨੇ। ਕੌਣ? ਜਾ ਕੇ ਹੀਓ ਦਿਓ ਪ੍ਰਭ ਨਾਮ, ਜਿਸ ਦੇ ਹਿਰਦੇ 'ਚ ਪ੍ਰਮਾਤਮਾ ਨੇ ਆਪਣਾ ਨਾਮ ਵਸਾਤਾ। ਸ਼ਲੋਕ। ਅਨੇਕ ਪੇ ਕਰ ਗਿਆਨ ਧਿਆਨ, ਇਹਨੂੰ ਗਿਆਨ ਬੋਲੇ ਗੰਗਾ ਹੈ। ਗੰਗੇ ਦੀ ਆਵਾਜ਼ ਕਰਨੀ ਗਿਆਨ, ਅਰਥ ਹੈ ਗਿਆਨ, ਅਰਥ ਗੱਗੇ ਵਾਲਾ ਗਿਆਨ। ਅਨੇਕ ਪੇ ਕਰ ਗਿਆਨ ਧਿਆਨ, ਮਨ ਅਠ ਬਿਲੋ ਨਾ ਕੋਏ, ਕਹੋ ਨਾਨਕ ਕਿਰਪਾ ਭਈ, ਭਗਤ ਗਿਆਨੀ ਸੋਏ। ਗਿਆਨੀ ਸੋਏ ਭਾਵ ਗਿਆਨੀ। ਮਨ ਦੇ ਹੱਠ ਨਾਲ ਕੋਈ ਭੇਖ ਧਾਰਨ ਕਰਦਾ ਹੈ, ਭਾਵ ਵਿਸ਼ੇਸ਼ ਪ੍ਰਕਾਰ ਦੇ ਕੱਪੜੇ ਪਾਉਂਦਾ ਹੈ। ਰੱਬੀ ਗਿਆਨ, ਰੱਬੀ ਧਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਪਰਮਾਤਮਾ ਮਿਲਦਾ ਨਹੀਂ ਹੈ, ਕਿਉਂਕਿ ਮਨ ਹੱਠ ਹੈ। ਜਿੱਥੇ ਮਨ ਹੱਠ ਹੁੰਦਾ ਉੱਥੇ ਹਉਮੈ ਹੁੰਦੀ ਹੈ ਵੀ ਹਾਂ। ਜੇ ਮਹਾਤਮ ਬੁੱਧ ਕਹਿੰਦੇ ਮੈਂ ਗਿਆਨ ਪ੍ਰਾਪਤ ਕਰਕੇ ਹੀ ਹਟਾਂਗਾ, ਲੱਗੇ ਰਹੇ, ਨਹੀਂ ਗਿਆਨ ਹੋਇਆ ਪ੍ਰਾਪਤ। 12 ਸਾਲ ਲੱਗੇ ਰਹੇ, ਬਹੁਤ ਹੀ ਘੱਟ ਖਾਂਦੇ ਪੀਂਦੇ ਸਨ, ਸਰੀਰ ਸੁੱਕ ਕੇ ਤੀਲਾ ਹੋ ਗਿਆ ਹੈ, ਬੋੜ ਦੇ ਦਰਖਤ ਹੇਠਾਂ ਗਿਆ ਬੈਠੇ ਨੇ। ਜਦੋਂ ਹੋਰ ਬੈਠ ਹੀ ਨਾ ਹੋਇਆ, ਸਰੀਰ ਇੰਨਾ ਕਮਜ਼ੋਰ ਹੋ ਗਿਆ ਤੇ ਲੇਟਣ ਲੱਗੇ, ਕਹਿੰਦੇ ਤੇਰੀ ਮਰਜ਼ੀ, ਤੇ ਜਿਉਂ ਹੀ ਕਿਹਾ ਤੇਰੀ ਮਰਜ਼ੀ, ਨਾਲ ਦੀ ਨਾਲ ਹੀ ਗਿਆਨ ਹੋ ਗਿਆ। ਹੋਂ ਛੱਡਤੀ ਨਾ ਅੰਦਰ, ਹੋਂ ਤਿਆਗ ਕੇ ਹੀ ਗੱਲ ਸਾਡੀ ਬਣਨੀ ਹੈ। ਜਿੱਥੇ ਮੈਂ ਹੈ ਉੱਥੇ ਤੂੰ ਨਹੀਂ ਹੈ, ਜਿੱਥੇ ਤੂੰ ਹੈ ਉੱਥੇ ਮੈਂ ਨਹੀਂ ਹੈ। ਜਦੋਂ ਮੈਂ ਨਹੀਂ ਹੋਵੇਗੀ ਤੂੰ ਆਪੇ ਹੀ ਹੋਵੇਗਾ, ਇੱਕੋ ਹੀ ਹੋਣਾ, ਇੱਕ ਸਮੇਂ ਇੱਕੋ ਹੀ ਹੁੰਦਾ। ਜੇ ਚਾਨਣ ਹੈ ਤੇ ਇਹਦਾ ਮਤਲਬ ਹਨੇਰਾ ਨਹੀਂ ਹੈ, ਜੇ ਰਾਤ ਹੈ ਤਾਂ ਮਤਲਬ ਦਿਨ ਨਹੀਂ ਹੈ, ਜੇ ਸਰਦੀ ਹੈ ਤਾਂ ਇਹਦਾ ਮਤਲਬ ਗਰਮੀ ਨਹੀਂ ਹੈ। ਇੱਕੋ ਹੀ ਚੀਜ਼ ਹੁੰਦੀ ਇੱਕ ਸਮੇਂ। ਉਹ ਕਹਿੰਦੇ ਫਿਰ ਕੀ ਹੁੰਦਾ, ਉਹ ਸਾਧੂ ਹੋ ਜਾਂਦੇ ਨੇ, ਉਹ ਰੱਬ ਰੂਪ ਹੋ ਜਾਂਦੇ। ਸੋ ਮਨ ਅੱਠ ਨਾਲ ਨਾ ਗਿਆਨ ਪ੍ਰਾਪਤ ਹੁੰਦਾ ਰੱਬੀ, ਨਾ ਧਿਆਨ ਪ੍ਰਾਪਤ ਹੁੰਦਾ। ਭੇਖ ਕਰਨ ਨਾਲ ਕੋਈ ਗੱਲ ਨਹੀਂ ਬਣਦੀ ਹੈਗੀ। ਰੱਬ ਨੂੰ ਸਾਡੇ ਪਹਿਰਾਵੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਨਾ ਰੱਬ ਨੂੰ ਸਾਡੇ ਵਾਲਾਂ ਨਾਲ ਕੋਈ ਲੈਣਾ ਦੇਣਾ ਹੈ। ਫਿਰ ਤਾਂ ਮੋਨਿਆਂ ਨੂੰ ਰੱਬ ਮਿਲੇ ਹੀ ਨਾ, ਫਿਰ ਤਾਂ ਮੋਨਿਆਂ ਨੂੰ ਰੱਬ ਮਿਲੇ ਹੀ ਨਾ। ਉਹਨੂੰ ਤੁਹਾਡੇ ਵਾਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਤੁਸੀਂ ਰੋਣ ਮੋਣ ਹੋ ਜਾਂ ਜਟਾ ਝੂਠ ਹੋ, ਇਸ ਨਾਲ ਕੋਈ ਲੈਣਾ ਦੇਣਾ ਨਹੀਂ ਉਸਨੂੰ। ਇਹ ਤਾਂ ਗੁਰੂਆਂ ਨੇ ਬਣਾਇਆ ਕਿ ਸਾਡੇ ਲਈ ਜ਼ਰੂਰੀ ਇਹ ਹੈ, ਕਿਉਂਕਿ ਪਰਮਾਤਮਾ ਕਹਿੰਦਾ ਮੈਂ ਤੁਹਾਨੂੰ ਸਿੱਧਾ ਨਹੀਂ ਮਿਲਣਾ। ਪਤਾ ਨਹੀਂ ਪਰਮਾਤਮਾ ਨੇ ਗੱਲ ਕਹੀ ਕਿ ਨਹੀਂ ਹੈਗੀ, ਪਰ ਸਾਰੇ ਗੁਰੂ ਇਹੀ ਗੱਲ ਕਹਿੰਦੇ ਕਿ ਗੁਰੂ ਬਿਨਾਂ ਰੱਬ ਨਹੀਂ ਮਿਲਦਾ। ਮੰਨ ਲਿਆ, ਠੀਕ ਹੈ। ਗੁਰੂ ਨਾਨਕ ਦੇਵ ਕਹਿੰਦੇ ਨੇ ਵੀ ਗੁਰੂ ਬਿਨਾਂ ਨਹੀਂ ਮਿਲਦਾ, ਅਸੀਂ ਮੰਨ ਲਿਆ। ਉਹ ਸਿੱਧਾ ਮਿਲਦਾ ਨਹੀਂ ਹੈਗਾ, ਉਹ ਗੁਰੂ ਰਾਹੀਂ ਮਿਲਦਾ ਹੈ। ਅਤੇ ਗੁਰੂ ਮਹਾਰਾਜ ਸਾਨੂੰ ਰੱਬ ਨਾਲ ਤਾਂ ਮਿਲਾਉਣਗੇ ਜੇ ਅਸੀਂ ਗੁਰੂ ਦੀ ਗੱਲ ਮੰਨਾਂਗੇ। ਮੰਨ ਲਓ ਮੈਂ ਗੁਰੂ ਦੀ ਗੱਲ ਹੀ ਨਹੀਂ ਮੰਨਦਾ, ਉਹਨੂੰ ਫਿਰ ਮੈਨੂੰ ਰੱਬ ਨਾਲ ਕੀ ਮਿਲਾਉਣਾ। ਅਤੇ ਗੁਰੂ ਕਹਿੰਦਾ ਅੰਮ੍ਰਿਤਧਾਰੀ ਹੋ, ਬਸ ਫਿਰ ਇਸ ਲਈ ਰੱਖ ਰਹੇ ਬਸ। ਉਹ ਰੱਬ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ, ਪਰਮਾਤਮਾ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ ਕਿਹੋ ਜਿਹੇ ਕੱਪੜੇ ਪਾਏ, ਤੁਸੀਂ ਸਰੀਰ ਢੱਕਿਆ ਹੋਇਆ ਕਿ ਤੁਸੀਂ ਨੰਗੇ ਹੋ, ਤੁਸੀਂ ਜਟਾ ਝੂਠ ਹੋ ਜਾਂ ਤੁਸੀਂ ਰੋਣ ਮੋਣ ਹੋ। ਬੋਧੀ ਜਾਨੀ ਰੋਣ ਮੋਣ ਹੁੰਦੇ ਨੇ, ਰੱਬ ਤਾਂ ਉਹਨਾਂ ਨੂੰ ਵੀ ਮਿਲਦਾ ਹੈ। ਸੋ ਰੱਬ ਨੂੰ ਬਾਹਰਲੇ ਸ਼ਕਲ ਸੂਰਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਕਹਿੰਦੇ ਕੀ ਤੁਹਾਡਾ ਮਨ ਸਾਫ਼ ਹੈ, ਕੀ ਤੁਸੀਂ ਮੇਰਾ ਨਾਮ ਜਪਦੇ ਹੋ, ਬਸ।
ਜਦੋਂ ਨਾਮ ਜਪ ਜਪ ਕੇ ਮਨ ਸਾਫ਼ ਹੋ ਜਾਣਾ, ਪਰਮਾਤਮਾ ਨੇ ਮਿਲ ਜਾਣਾ। ਬਾਹਰੋਂ ਭਾਵੇਂ ਤੇ ਲਿਬੜੇ ਤਿਬੜੇ ਕਿਉਂ ਨਾ ਹੋ, ਕਿਉਂਕਿ ਪਰਮਾਤਮਾ ਪਿਆਰ ਹੀ ਉਹਨੂੰ ਕਰਦਾ ਹੈ। ਬੱਚਾ ਹੈ, ਚਿੱਕੜ 'ਚ ਡਿੱਗ ਪਿਆ, ਉਹ ਲਿਬੜ ਗਿਆ, ਮਾਂ ਭੱਜੀ ਜਾਂਦੀ ਹੈ, ਉਹਨੂੰ ਲਿਬੜੇ ਹੋਏ ਨੂੰ ਵੀ ਚੱਕ ਲੈਂਦੀ ਹੈ। ਇਹ ਨਹੀਂ ਖਿਆਲ ਕਰਦੀ ਮੇਰੇ ਕੱਪੜੇ ਨਾਲ ਲਿਬੜ ਜਾਣ, ਕਿਉਂਕਿ ਉਹਦਾ ਬੱਚੇ ਦਾ ਪਿਆਰ ਹੈ। ਇਸ ਲਈ ਪਰਮਾਤਮਾ ਜਦੋਂ ਸਾਨੂੰ ਉਸ ਵੇਲੇ ਪਿਆਰ ਕਰਦਾ ਹੈ ਜਦੋਂ ਅਸੀਂ ਅੰਦਰੋਂ ਸ਼ੁੱਧ ਅਤੇ ਪਵਿੱਤਰ ਹੋ ਜਾਵਾਂਗੇ, ਬਾਹਰੋਂ ਭਾਵੇਂ ਕਿਹੋ ਜਿਹੀ ਹੋਈਏ। ਸੋ ਇਸ ਲਈ ਅਤੇ ਅੰਦਰੋਂ ਸ਼ੁੱਧ ਦੋ ਤਰੀਕਿਆਂ ਨਾਲ ਹੀ ਹੋਇਆ ਜਾ ਸਕਦਾ। ਇੱਕ ਤਾਂ ਪਹਿਲਾ ਨੰਬਰ ਬੁਰਾਈਆਂ ਛੱਡਣੀਆਂ ਪੈਣਗੀਆਂ, ਦੂਜਾ ਨੰਬਰ ਨਾਮ ਜਪਣਾ ਪਏਗਾ। ਬਸ ਬੁਰਾਈਆਂ ਛੱਡ ਕੇ ਨਾਮ ਜਪਦੇ ਰਹੋ, ਜਪਦੇ ਰਹੋ, ਜਪਦੇ ਰਹੋ। ਹੌਲੀ ਹੌਲੀ ਜਿੰਨਾ ਅੰਦਰ ਕੂੜ ਕਬਾੜ ਹੈ ਉਹ ਬਾਹਰ ਨਿਕਲਦਾ ਜਾਏਗਾ। ਮਨ ਰੂਪੀ ਧਰਤੀ ਸਾਫ ਸੁਥਰੀ ਹੋ ਜਾਏਗੀ, ਪਰਮਾਤਮਾ ਪ੍ਰਗਟ ਹੋ ਜਾਏਗਾ। ਬਸ ਅਤੇ ਜਦੋਂ ਸਾਡਾ ਧਿਆਨ ਇੱਕੋ ਪਾਸੇ ਹੋ ਜਾਏਗਾ, ਫਿਰ ਬਾਕੀ ਅਸੀਂ ਸਾਡੇ ਲਈ ਮਾਮੂਲੀ ਚੀਜ਼ਾਂ ਹੋ ਜਾਂਦੀਆਂ ਨੇ। ਭਜਨ ਬੰਦਗੀ ਕਰਨ ਵਾਲਾ ਇਹ ਨਹੀਂ ਕਹਿੰਦਾ ਮੈਨੂੰ ਦਾਲ ਮਿਲੇ, ਮੈਨੂੰ ਸਬਜ਼ੀ ਮਿਲੇ, ਮੈਨੂੰ ਖੀਰ ਮਿਲੇ, ਮੈਨੂੰ ਫਲਾਣੀ ਚੀਜ਼ ਮਿਲੇ। ਉਹ ਕਹਿੰਦਾ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ, 2 ਟਾਈਮ ਦੀ ਰੋਟੀ ਮਿਲਦੀ ਹੈ, ਤੇਰਾ ਬਹੁਤ ਬਹੁਤ ਧੰਨਵਾਦ ਹੈ। ਬਸ ਜਿਵੇਂ ਵੀ ਮਿਲ ਗਈ ਖਾ ਲੈਣੇ ਨੇ। ਅਸੀਂ ਯਾਰ ਘਰ 'ਚ ਲੜ ਪੈਂਦੇ ਹਾਂ, ਤੂੰ ਆਹ ਨਹੀਂ ਬਣਾਇਆ, ਤੂੰ ਉਹ ਨਹੀਂ ਬਣਾਇਆ। ਚੰਡੀਗੜ੍ਹ ਦੀ ਕੋਈ ਅਖਬਾਰ ਛਪੇ 2-3 ਸਾਲ ਹੋ ਗਏ। ਮਾਂ ਗਰੀਬ ਸੀ, ਮੁੰਡੇ ਨੂੰ ਇਹ ਮਹਿਸੂਸ ਨਹੀਂ ਸੀ ਕਰਦਾ ਕਿ ਅਸੀਂ ਗਰੀਬ ਹਾਂ। ਮਾਂ ਨੇ ਕੱਦੂ ਬਣਾ ਲਏ, ਮੁੰਡੇ ਨੂੰ ਪਸੰਦ ਨਹੀਂ ਹੋਣੇ। ਕਹਿੰਦਾ ਕੀ ਹੈ, ਤੂੰ ਇੱਕ ਕੱਦ ਖਾਨਾ ਜਿਹਾ ਬਣਾ ਲਿਆ ਹੈ। ਅਗਲੇ ਦਿਨ ਫਿਰ ਸਬਜ਼ੀ ਵਿਚਾਰੀ ਲੈਣ ਗਈ, ਕੱਦੂ ਹੀ ਸਸਤੇ ਸਨ, ਬਾਕੀ ਸਾਰੇ ਦੂਜੇ ਦਿਨ ਕੱਦੂ ਬਣਾ ਲਏ। ਉਹ ਮੁੰਡੇ ਨੂੰ ਚੜ੍ਹਿਆ ਗੁੱਸਾ, ਉਹਨੇ ਮਾਂ ਦਾ ਵੇਲਣਾ ਚੱਕਿਆ, ਮਾਂ ਦੇ ਸਿਰ 'ਚ ਮਾਰੇ। ਮਾਂ ਮਰ ਗਈ, ਮੁੰਡੇ ਨੂੰ ਪੁਲਿਸ ਫੜ ਕੇ ਲੈ ਗਈ। ਲੈ ਖਾ ਲੈ, ਹੋਰ ਕੀ ਖਾਣਾ ਚਾਹੁੰਦਾ ਸੀ ਤੂੰ, ਹੁਣ ਤੈਨੂੰ ਜੇਲ੍ਹ 'ਚ ਹੀ ਖਵਾਉਣਗੇ। ਸੋ ਇਸ ਲਈ ਇਹ ਬੰਦਾ ਸ਼ੁਕਰ ਨਹੀਂ ਕਰਦਾ ਹੈ। ਉਹ ਵੀ ਬੜੇ 18 ਕਰੋੜ ਲੋਕ ਹਿੰਦੁਸਤਾਨ, ਸੁਪਰੀਮ ਕੋਰਟ ਪਿੱਟ ਪਿੱਟ ਕੇ ਮਰ ਗਈ ਵੀ ਇੰਨਾ ਅਨਾਜ ਬਰਬਾਦ ਹੋ ਰਿਹਾ ਹੈ, ਇਹ ਭੁੱਖਿਆਂ ਨੂੰ ਦੇ ਦਿਓ ਖਾਣ ਨੂੰ। ਕਹਿੰਦੇ ਨਾ ਜੀ, ਮੁਫਤ ਨਹੀਂ ਦੇਣਾ, ਅਸੀਂ 2 ਰੁਪਏ ਕਿਲੋ ਤਾਂ ਦੇ ਸਕਦੇ, ਮੁਫਤ ਨਹੀਂ ਦੇਵਾਂਗੇ। 18 ਕਰੋੜ ਲੋਕ ਹਿੰਦੁਸਤਾਨ 'ਚ ਐਸੇ ਨੇ ਜਿਹੜੇ ਇੱਕ ਟਾਈਮ ਹੀ ਰੋਟੀ ਖਾਣ ਨੂੰ ਮਿਲਦੀ, ਇੱਕ ਟਾਈਮ ਭੁੱਖੇ ਸੌਂਦੇ ਨੇ। ਇਹੋ ਜਿਹੇ ਵੀ ਹੈਗੇ। ਇਸ ਲਈ ਸ਼ੁਕਰ ਕਰਨਾ ਚਾਹੀਦਾ। ਸੱਚੇ ਪਾਤਸ਼ਾਹ ਤੂੰ 2-3 ਟਾਈਮ ਖਾਣ ਨੂੰ ਰੋਟੀ ਪਾਣੀ ਚੰਗਾ ਦਿੰਦਾ, ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਮੈਂ ਕਈ ਵਾਰੀ ਬੈਠਾ, ਜੋ ਇਕੱਲਾ ਬੈਠਾ ਹੁੰਦਾ, ਮੈਂ ਆਪਣੇ ਜੀਵਨ 'ਤੇ ਝਾਤ ਮਾਰਦਾ। ਮੈਂ ਸੱਚੇ ਪਾਤਸ਼ਾਹ ਤੂੰ ਮੇਰੀ ਕਿੰਨੀ ਵਧੀਆ ਕਿਸਮਤ ਲਿਖੀ ਹੈ। ਪਹਿਲਾਂ ਤਾਂ ਤੂੰ ਮੈਨੂੰ ਚੰਗੇ ਖਾਨਦਾਨ 'ਚ ਪੈਦਾ ਕੀਤਾ, ਫਿਰ ਤੂੰ ਮੈਨੂੰ ਵਿੱਦਿਆ ਦੀ ਦਾਤ ਦਿੱਤੀ, ਤੂੰ ਮੈਨੂੰ ਵੈਸ਼ਨੂੰ ਬਣਾਇਆ, ਤੂੰ ਮੈਨੂੰ ਸਰਕਾਰੀ ਨੌਕਰੀ ਦਿੱਤੀ, ਤੂੰ ਸਰਕਾਰੀ ਨੌਕਰੀ ਵਾਲੀ ਮੈਨੂੰ ਘਰ ਵਾਲੀ ਦਿੱਤੀ, ਤੂੰ ਮੈਨੂੰ ਧਨ ਦੌਲਤ ਦਿੱਤਾ, ਤੂੰ ਮੈਨੂੰ ਨਾਮ ਦੀ ਦਾਤ ਦਿੱਤੀ, ਤੂੰ ਮੇਰਾ ਸਮਾਜ 'ਚ ਆਦਰ ਮਾਣ ਕਰਾ ਰਿਹਾ। ਤੇਰਾ ਬਹੁਤ ਬਹੁਤ ਧੰਨਵਾਦ ਹੈ। ਉਹਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਉਸ 'ਤੇ ਚੌਗਨ ਕਰੇ ਨਿਹਾਲ, ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਇਹ ਨਹੀਂ ਵੀ ਧੰਨ ਧੰਨ ਹੈ, ਹੋਰ ਧਨ ਚਾਹੀਦਾ, ਹੋਰ ਧਨ ਚਾਹੀਦਾ। ਕਦੇ ਕਦੇ ਬੈਠ ਕੇ ਸ਼ੁਕਰ ਕਰਿਆ ਕਰੋ, ਬੜਾ ਕੁਝ ਦਾਤੇ ਨੇ ਦਿੱਤਾ ਹੋਇਆ ਹੈ। ਜੇ ਤੁਸੀਂ ਸੰਤੁਸ਼ਟ ਜ਼ਿੰਦਗੀ 'ਚ ਰਹਿਣਾ, ਆਪਣੇ ਤੋਂ ਨੀਵਿਆਂ ਵੱਲ ਵੇਖੋ, ਫਿਰ ਤੁਸੀਂ ਜ਼ਿੰਦਗੀ ਸੰਤੁਸ਼ਟ ਹੀ ਸੰਤੁਸ਼ਟ ਹੋ। ਜਦੋਂ ਉੱਪਰ ਵਾਲਿਆਂ ਵੱਲ ਵੇਖੋਗੇ, ਤੁਹਾਡੇ ਕੋਲ ਸਭ ਕੁਛ ਹੋਣ ਦੇ ਬਾਵਜੂਦ ਤੁਸੀਂ ਦੁਖੀ ਰਹੋਗੇ। ਹਾਏ ਓਏ, ਉਹਦੇ ਕੋਲ ਆਹ ਹੈ, ਮੇਰੇ ਕੋਲ ਆਹ ਨਹੀਂ ਹੈਗਾ। ਉਹਦੇ ਸ਼ੁਕਰਗੁਜ਼ਾਰ ਹੋਣਾ ਹੈ। ਫਿਰ ਭਜਨ ਬੰਦਗੀ 'ਚ ਨਾ ਰੁਕਾਵਟ ਨਹੀਂ ਪੈਂਦੀ। ਗੁਰੂ ਮਹਾਰਾਜ ਕਹਿੰਦੇ
ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ। ਜਿਸ 'ਤੇ ਪਰਮਾਤਮਾ ਦੀ ਹੋ ਜਾਂਦੀ ਕਿਰਪਾ, ਬਸ ਉਹ ਭਗਤ ਵੀ ਬਣ ਜਾਂਦਾ, ਉਹ ਬ੍ਰਹਮ ਗਿਆਨੀ ਵੀ ਹੋ ਜਾਂਦਾ। ਉਹਦੀ ਕਿਰਪਾ ਚਾਹੀਦੀ ਹੈ। ਹਠ ਕਰਨ ਨਾਲ ਕਹਿੰਦੇ ਨਹੀਂ ਮਿਲਦਾ। ਉਹ ਹਠ ਕਰਨ ਨਾਲ ਨਹੀਂ ਮਿਲੇਗਾ, ਭੇਖ ਧਾਰਨ ਕਰਨ ਨਾਲ ਨਹੀਂ ਮਿਲੇਗਾ, ਉਹ ਤੇ ਉਹਦੀ ਕਿਰਪਾ ਨਾਲ ਮਿਲਦਾ। ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤੋ, ਅਨੇਕ ਜੁਗਤ ਸ਼ਾਸਤਰ ਕਰ ਭਾਂਤੋ। ਕਹਿੰਦਾ ਮੂੰਹ ਜ਼ਬਾਨੀ ਗੱਲਾਂ ਕਰਨਾ ਗਿਆਨ ਨਹੀਂ ਪ੍ਰਾਪਤ ਹੁੰਦਾ। ਗੱਲੀ ਗਿਆਨ ਨਾ ਹੋਏ, ਗੱਲਾਂ ਨਾਲ ਬ੍ਰਹਮ ਗਿਆਨ ਪ੍ਰਾਪਤ ਨਹੀਂ ਹੁੰਦਾ। ਇੱਥੇ ਗਿਆਨ ਸੰਸਾਰੀ ਗਿਆਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇੱਥੇ ਰੱਬੀ ਗਿਆਨ ਨਾਲ ਮਤਲਬ ਹੈ। ਰੱਬੀ ਗਿਆਨ ਮੁੱਖ ਨਾਲ ਗੱਲਾਂ ਕਰਨ ਨਾਲ ਨਹੀਂ ਪ੍ਰਾਪਤ ਹੁੰਦਾ। ਅਨੇਕ ਜੁਗਤ ਸ਼ਾਸਤਰ ਕਰ ਭੰਤ, ਕਈ ਤਰੀਕਿਆਂ ਨਾਲ ਭਾਵੇਂ ਸ਼ਾਸਤਰ ਵੀ ਪੜ੍ਹ ਕੇ ਵੇਖ ਲਵੋ ਤਾਂ ਵੀ ਰੱਬੀ ਗਿਆਨ ਨਹੀਂ ਹੁੰਦਾ, ਉਹ ਕਿਤਾਬੀ ਗਿਆਨ ਹੋ ਜਾਏਗਾ। ਸਾਨੂੰ ਤੁਹਾਨੂੰ ਕਿਤਾਬੀ ਗਿਆਨ ਹੈ ਵੀ ਜੋ ਬਾਣੀ 'ਚ ਲਿਖਿਆ ਉਹ ਗਿਆਨ ਹੈ। ਸਾਡਾ ਸਿੱਧਾ ਰੱਬ ਬਾਰੇ ਕੋਈ ਗਿਆਨ ਨਹੀਂ ਹੈਗਾ। ਸਾਡਾ ਸਿੱਧਾ ਰੱਬ ਬਾਰੇ ਕੋਈ ਗਿਆਨ ਨਹੀਂ। ਅਸਲ ਉਹ ਗਿਆਨ ਜਿਹੜਾ ਸਿੱਧਾ ਫਿਰ ਪ੍ਰਾਪਤ ਹੁੰਦਾ ਹੈ। ਗਿਆਨੀ ਸੋਏ ਜਾ ਕੇ ਦ੍ਰਿੜ ਸੋ। ਗਿਆਨੀ ਕੌਣ ਹੁੰਦਾ? ਜਿਹਦੇ ਹਿਰਦੇ 'ਚ ਪਰਮਾਤਮਾ ਦੀ ਯਾਦ ਦ੍ਰਿੜ ਹੋ ਜਾਏ, ਪੱਕੀ ਹੋ ਜਾਏ। ਪਰਮਾਤਮਾ ਦੀ ਯਾਦ ਪੱਕੀ ਹੋ ਜਾਏ ਵੀ ਪਰਮਾਤਮਾ ਭੁੱਲੇ ਹੀ ਨਾ ਕਦੇ। ਸੁਣ ਤਾਂ ਕਿੰਨੇ ਕਿੰਨੇ ਘੰਟੇ ਭੁੱਲਿਆ ਰਹਿੰਦਾ ਹੈਗਾ। ਗੱਲਾਂ ਕਰਨ ਕੋਈ ਆ ਗਿਆ, ਅਸੀਂ ਕਿੰਨਾ ਕਿੰਨਾ ਸਮਾਂ ਉਹਦੇ ਨਾਲ ਗੱਲਾਂ ਹੀ ਕਰਦੇ ਰਹਿੰਦੇ ਹਾਂ। ਮੈਂ ਨਾ ਕਿਹਦੇ ਘਰ ਬਹੁਤੀ ਦੇਰ ਬੈਠਾ, ਫਿਰ ਜੀਅ ਨਹੀਂ ਕਰਦਾ। ਨਾ ਮੈਂ ਚਾਹੁੰਦਾ ਮੇਰੇ ਕੋਲ ਇੱਥੇ ਬੈਠੇ ਰਹੋ ਜੀ। ਆਇਓ, ਕੰਮ ਆਇਓ, ਗੱਲਬਾਤ ਕੀਤੀ, ਗੋ ਐਂਡ ਗੋਨ ਹੋਵੋ। ਜੋ ਬੈਠੇ ਨੇ ਮੈਂ ਹੱਥ ਜੋੜ ਦਿੰਦਾ, ਅੱਛਾ ਚਲੋ ਜੀ। ਫਿਰ ਸਮਾਂ ਕਿੰਨਾ ਖਰਾਬ ਹੁੰਦਾ ਹੈ। ਜ਼ਿੰਦਗੀ ਛੋਟੀ ਜਿਹੀ ਹੈਗੀ ਉਹ ਫਿਰ ਗੱਲਾਂ ਬਾਤਾਂ ਖਰਾਬ ਕਰਕੇ ਭਜਬੰਦਗੀ ਕਿਸ ਵੇਲੇ ਹੋਵੇਗੀ। ਐਂ ਸਮਝਣਾ ਮੇਰੇ ਕੋਲ ਸਮਾਂ ਬਹੁਤ ਥੋੜ੍ਹਾ ਹੈ ਅਤੇ ਮੇਰੀ ਯਾਤਰਾ ਬੜੀ ਲੰਮੀ ਹੈ। ਯਾਤਰਾ ਪੂਰੀ ਹੋਵੇ ਨਾ ਹੋਵੇ, ਜਦੋਂ ਸਮਝੇ ਸਾਡੀ ਯਾਤਰਾ ਲੰਮੀ ਹੈ, ਸਮਾਂ ਥੋੜ੍ਹਾ ਹੈ, ਇਹਦੇ ਬਾਅਦ ਸਾਨੂੰ ਫਿਰ ਸਪੀਡ ਵਧਾਉਣੀ ਪਏਗੀ ਨਾ। ਸਪੀਡ ਵਧਾਉਣੀ ਪਵੇਗੀ, ਜ਼ਿਆਦਾ ਸਮਾਂ ਤੁਰਨਾ ਪਵੇਗਾ। ਸੰਤ ਅਤਰ ਸਿੰਘ ਜੀ ਮਹਾਰਾਜ ਪੈਦਲ ਜਾ ਰਹੇ ਸੀ, ਪਾਕਿਸਤਾਨ ਤੋਂ ਚੱਲੇ, ਹਜ਼ੂਰ ਸਾਹਿਬ ਜਾਣਾ ਸੀ। ਕੋਈ ਤਕਰੀਬਨ ਜਿਹੜਾ 2000 ਕਿਲੋਮੀਟਰ ਪੈਦਲ ਹੀ ਸਨ ਉਦੋਂ। ਉਹ ਹਰ ਰੋਜ਼ 50 ਮੀਲ 50 ਕੋਹ ਜਿਹਨੂੰ ਕਹਿੰਦੇ 75 ਕਿਲੋਮੀਟਰ ਤਕਰੀਬਨ ਪੈਦਲ ਹੀ ਤੁਰਦੇ ਰਹਿੰਦੇ ਸਨ। ਸਵੇਰੇ ਤੋਂ ਜਿੱਥੇ ਰਾਤ ਪੈਂਦੀ ਸੀ ਉੱਥੇ ਜਾ ਕੇ ਰਹਿ ਲੈਂਦੇ ਸੀ। ਉਹਨੂੰ ਕਿਸੇ ਪੁੱਛਿਆ ਵੀ ਮਹਾਰਾਜ ਜੀ ਤੁਸੀਂ ਥੱਕਦੇ ਨਹੀਂ? ਕਹਿੰਦੇ ਭਾਈ ਥੱਕੀ ਦਾ ਤਾਂ ਜੇ ਤੁਰਨ ਵੱਲ ਧਿਆਨ ਹੋਵੇ। ਕਹਿੰਦੇ ਫਿਰ ਤੁਹਾਡਾ ਧਿਆਨ ਕਿੱਧਰ ਹੁੰਦਾ? ਕਹਿੰਦੇ ਅਸੀਂ ਇੱਕ ਕਦਮ ਚੱਕਦੇ ਕਹਿੰਦੇ ਵਾਹੇ, ਦੂਜਾ ਕਦਮ ਚੱਕਦੇ ਗੁਰੂ, ਵਾਹੇ ਗੁਰੂ। ਅਸੀਂ ਇਸ ਤਰ੍ਹਾਂ ਕਹਿੰਦੇ ਤੁਰੇ। ਸਾਨੂੰ ਤਾਂ ਧਿਆਨ ਹੀ ਰਹਿੰਦਾ ਵੀ ਅਸੀਂ ਤੁਰ ਰਹੇ ਹਾਂ, ਧਿਆਨ ਹੀ ਨਹੀਂ ਰਹਿੰਦਾ ਤੁਰ। ਗਰਮੀਆਂ ਦੇ ਮੌਸਮ ਸਿਖਰ ਦੁਪਹਿਰੇ ਬੱਚੇ ਖੇਡ ਰਹੇ ਹੁੰਦੇ ਨੇ, ਉਹਨਾਂ ਦਾ ਧਿਆਨ ਹੀ ਨਹੀਂ ਗਰਮੀ ਵੱਲ ਹੁੰਦਾ। ਜਦੋਂ ਖੇਡ ਹਟਦੇ ਫਿਰ ਧਿਆਨ ਗਰਮੀ ਵੱਲ ਚੱਲਦਾ। ਹਾਂ, ਫਿਰ ਛਾਵੇਂ ਪੈਂਦੇ ਜਾਏ ਫਟਾਫਟ ਦਰਖਤ ਦੇ। ਕਿਉਂ? ਹੁਣ ਧਿਆਨ ਜਿਹੜਾ ਵਿਹਲੇ ਹੋ ਗਏ, ਹੁਣ ਧਿਆਨ ਗਰਮੀ ਵੱਲ ਹੋ ਗਿਆ। ਉਹ ਕਹਿੰਦੇ ਅਸੀਂ ਤਾਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਦੇ ਤੁਰੇ ਜਾਂਦੇ, ਬਸ ਜਿੱਥੇ ਰਾਤ ਪੈਂਦੀ ਸੌਂ ਜਾਂਦੇ। ਪਹੁੰਚਣਾ ਤਾਂ ਅਸੀਂ ਵੀ ਉੱਥੇ ਹੀ, ਭਾਵੇਂ ਕਈ ਜਨਮ ਲੱਗ ਜਾਣ। ਜੋ ਸੰਤਾਂ ਮਹਾਤਮਾ ਦੀ ਆਪਾਂ ਅਵਸਥਾ ਪੜ੍ਹਦੇ, ਕਥਾ ਵਾਰਤਾ ਕਰਦੇ, ਪਹੁੰਚਣਾ ਤਾਂ ਉੱਥੇ ਹੀ ਹੈ। ਦੇਖੋ ਕਿਹੜੇ ਜਨਮ 'ਚ ਪਹੁੰਚਦੇ ਆ। ਲੱਗੇ ਰਹੋ, ਲੱਗੇ ਰਹੋ, ਕਿਉਂਕਿ ਇਹ ਯਾਤਰਾ ਤਾਂ ਕਈ ਜਨਮਾਂ ਤੱਕ ਚੱਲਦੀ ਰਹਿਣੀ ਹੈਗੀ। ਇਹ ਇੱਕ ਅੱਧੇ ਜਨਮ ਦਾ ਸੌਦਾ ਨਹੀਂ ਹੈ, ਕਿਉਂਕਿ ਬਹੁਤ ਵੱਡੀ ਪ੍ਰਾਪਤੀ ਹੈ। ਸੰਸਾਰ ਦੀ ਸਭ ਤੋਂ ਮਹਾਨ ਸ਼ਕਤੀ ਨੂੰ ਅਸੀਂ ਪ੍ਰਾਪਤ ਕਰਨਾ।
ਫਿਰ ਕਿੰਨਾ ਸਮਾਂ ਚਾਹੀਦਾ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਕਿੰਨੀ ਮਿਹਨਤ, ਕਿਤਨੇ ਸਮੇਂ ਦੀ ਲੋੜ ਹੈ। ਆਹ ਟੁੱਟੀ ਜੇ ਨੌਕਰੀ ਪ੍ਰਾਪਤ ਕਰਨੀ ਤਾਂ ਵੀ 16 17 ਸਾਲ ਪੜ੍ਹਨਾ ਪੈਂਦਾ ਹੈ। ਬੜੇ ਸਾਲਾਂ ਦੀ ਗੱਲ ਹੈ। ਮੈਂ ਖਾਲਸਾ ਸਕੂਲ ਲੁਧਿਆਣੇ ਹੁੰਦਾ ਹੈਗਾ। ਅਸੀਂ 3 ਟੀਚਰ ਹੈ ਤਾਂ ਅਸੀਂ ਅੰਮ੍ਰਿਤਧਾਰੀ ਸੀ। ਸਰਦੀਆਂ 'ਚ ਸੂਟਡ ਬੂਟਡ ਸੈਰ ਕਰ ਰਹੇ, ਜੋ 3-4 ਕਿਲੋਮੀਟਰ ਦੂਰ ਚਲੇ ਗਏ। ਇੱਕ ਖੱਬੇ ਪਾਸੇ ਸਾਨੂੰ ਇੱਕ ਝੌਂਪੜੀ ਦਿਸੀ ਕਿਸੇ ਸਾਧੂ ਦੀ। ਅਸੀਂ ਕਿਹਾ ਚੱਲ ਯਾਰ ਕੋਈ ਮਹਾਤਮਾ ਤੇਰੇ ਅੰਦਰ ਮਿਲ ਜਲਦੇ। ਅਸੀਂ ਚਲੇ ਗਏ। ਮਹਾਤਮਾ ਨੇ ਦੇਖਿਆ ਵੀ ਸਾਡੇ ਵੱਲ ਹੀ ਆ ਰਹੇ ਨੇ। ਉਹ ਆਪਣੇ ਸੇਵਕ ਨੂੰ ਕਹਿੰਦੇ ਵੀ 3 ਬੋਰੀਆਂ ਝਾੜ ਕੇ ਨਾ ਵਿਛਾ ਦੇ। ਚਲੋ ਚੌਥੀ ਬੋਰੀ 'ਤੇ ਉਹ ਬਹਿ ਗਏ, 3 'ਤੇ ਅਸੀਂ ਜਾ ਕੇ ਬਹਿ ਗਏ। ਉਹ ਜੀ ਉਹ ਕਿੱਥੋਂ ਆਇਆ? ਅਸੀਂ ਦੱਸਿਆ ਵੀ ਅਸੀਂ ਟੀਚਰ ਲੱਗੇ ਆਏ। ਗੱਲਾਂ ਬਾਤਾਂ ਕਰ ਲਏ। ਮੈਂ ਕਿਹਾ ਮੈਂ ਬਾਬਾ ਜੀ ਪਰਮਾਤਮਾ ਇਸੇ ਜਨਮ 'ਚ ਮਿਲ ਸਕਦਾ ਹੈ? ਕਹਿੰਦੇ ਹਾਂ ਭਾਈ ਮਿਲ ਸਕਦਾ। ਮੈਂ ਕਿਵੇਂ ਮਿਲ ਸਕਦਾ ਹੈ? ਕਿ ਤੁਸੀਂ ਕਿੰਨਾ ਪੜ੍ਹੇ ਹੋ? ਮੈਂ ਦੱਸਿਆ ਮੈਂ ਜੀ ਉਦੋਂ ਮੈਂ MA B.Ed ਸੀ, ਬਾਕੀ ਤਾਂ ਬਾਅਦ 'ਚ ਫਿਰ ਪੜ੍ਹਿਆ ਅੱਗੇ। ਕਿੰਨੇ ਸਾਲਾਂ 'ਚ? ਉਹਦਾ MA 16 ਸਾਲਾਂ ਦੀ ਹੁੰਦੀ, ਹੁਣ ਤਾਂ 17 ਸਾਲ ਦੀ ਹੋ ਗਈ। ਮੈਂ ਜੀ 16 ਸਾਲ 'ਚ 1 ਸਾਲ B.Ed, 17 ਸਾਲ। ਕਿੰਨੇ ਘੰਟੇ ਰੋਜ਼ ਪੜ੍ਹਦਾ ਸੀ? ਮੈਂ ਜੀ 8 ਕੁ ਘੰਟੇ ਤਾਂ ਰੋਜ਼ ਪੜ੍ਹਦਾ ਸੀ। ਅਤੇ ਜਦੋਂ ਇਮਤਿਹਾਨ ਨੇੜੇ ਫਿਰ 10-10 15-15 16 ਘੰਟੇ ਪੜ੍ਹਨਾ ਪੈਂਦਾ। ਚਲੋ ਕਹਿੰਦੇ ਤੁਸੀਂ 8 ਘੰਟੇ ਹੀ ਲਾ ਲਓ ਵੀ ਤੁਸੀਂ ਰੋਜ਼ 8 ਘੰਟੇ ਪੜ੍ਹੇ 17 ਸਾਲ। ਤੁਸੀਂ ਅੰਮ੍ਰਿਤ ਛਕਿਆ ਹੋਇਆ? ਉਹ ਦੱਸ ਹੀ ਰਹੇ। ਮੈਂ ਹਾਂਜੀ। ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ, ਰੋਜ਼ 8 ਘੰਟੇ ਸਿਮਰਨ ਕਰਿਆ ਕਰੋ, 17 ਸਾਲ ਕਰੋ। ਜੇ ਰੱਬ ਨਾਲ ਨਾ ਮਿਲਿਆ ਫਿਰ ਮੇਰੇ ਕੋਲ ਆ ਜਾਓ। ਕੌਣ 8 ਘੰਟੇ ਕਰੇ? ਕਿਉਂਕਿ ਸਰਵਿਸ ਵਾਲੇ ਕੋਲ ਟਾਈਮ ਹੀ ਨਹੀਂ ਹੁੰਦਾ ਇੰਨਾ। ਇਹ ਬੰਦਾ ਸੰਸਾਰਕ ਕੰਮ ਤੇ 16 ਘੰਟੇ ਵੀ ਕਰ ਸਕਦਾ, ਭਜਨ ਬੰਦਗੀ 8 ਘੰਟੇ ਵੀ ਨਹੀਂ ਕਰ ਸਕਦਾ। ਨਾ ਹੋਈ ਤੇ ਨਾ ਮੁੜ ਕੇ ਗਏ। ਕਿੰਨੀ ਵਧੀਆ ਉਹਨੇ ਗੱਲ ਕਹੀ। ਕਹੇ ਤੁਸੀਂ ਰੋਜ਼ 8 ਘੰਟੇ ਪੜ੍ਹਦੇ ਸੀ, 17 ਸਾਲ ਪੜ੍ਹੇ। ਰੋਜ਼ 8 ਘੰਟੇ ਸਿਮਰਨ ਕਰਿਆ ਕਰੋ, 17 ਸਾਲ ਕਰੋ। ਜੇ ਰੱਬ ਨਾ ਮਿਲੇ ਫਿਰ ਮੇਰੇ ਕੋਲ ਆ ਜਾਓ। ਸੋ ਇਸ ਲਈ ਇਹ ਠੂੰ ਠੱਪ ਨਾਲ ਤਾਂ ਗੱਲ ਬਣਨੀ ਕੋਈ ਨਹੀਂ ਹੈਗੀ। ਜਿਵੇਂ ਸੰਸਾਰਕ ਪੜ੍ਹਾਈ ਹੁਸ਼ਿਆਰ ਬੱਚੇ ਘੰਟਿਆਂ ਬੱਧੀ ਕਰਦੇ ਨੇ, ਇਸ ਤਰ੍ਹਾਂ ਜਿਹਨਾਂ ਸੰਤ ਮਹਾਤਮਾ ਬਣਨਾ ਹੁੰਦਾ ਫਿਰ ਘੰਟਿਆਂ ਬੱਧੀ ਅਤੇ ਸਾਲਾਂ ਬੱਧੀ ਉਹ ਲੱਗੇ ਰਹਿੰਦੇ ਨੇ, ਫਿਰ ਜਾ ਕੇ ਪ੍ਰਾਪਤੀ ਹੁੰਦੀ ਹੈ। ਉਂਝ ਜ਼ਿੰਦਗੀ 'ਚ ਆਸਵੰਦ ਰਹਿਦਾ। ਸਾਡੀ ਥਿੰਕਿੰਗ ਹਮੇਸ਼ਾ ਪੋਜ਼ੀਟਿਵ ਚਾਹੀਦੀ ਹੈ ਵੀ ਹਾਂ ਮੈਨੂੰ ਵੀ ਮਿਲ ਸਕਦਾ ਹੈ। ਮੈਂ ਕਿਹੜਾ ਰੱਬ ਦੇ ਮਾਂ ਮਾਰੇ ਨੇ? ਜੇ ਉਹਨੂੰ ਰੱਬ ਮਿਲ ਸਕਦਾ ਮੈਨੂੰ ਕਿਉਂ ਨਹੀਂ ਮਿਲ ਸਕਦਾ? ਸਿਰਫ ਅਸੀਂ ਉਹਨਾਂ ਵਾਲੀ ਸ਼ਰਤਾਂ ਨਹੀਂ ਪੂਰੀਆਂ ਕਰਦੇ। ਚਾਹੁੰਦੇ ਹਾਂ ਪਰ ਜਿਨ੍ਹਾਂ ਨੂੰ ਮਿਲਿਆ ਉਹਨਾਂ ਵਾਲੀ ਸ਼ਰਤਾਂ ਨਹੀਂ ਅਸੀਂ ਪੂਰੀਆਂ ਕਰਦੇ, ਇਸ ਲਈ ਸਾਡੀ ਗੱਲ ਨਹੀਂ ਬਣਦੀ। ਹੋਰ ਕੋਈ ਗੱਲ ਨਹੀਂ ਹੈਗੀ। ਸੋ ਗੁਰੂ ਮਹਾਰਾਜ ਕਹਿੰਦੇ ਗਿਆਨੀ ਸੋਏ ਜਾ ਕੇ ਦ੍ਰਿੜ ਸੋ। ਗਿਆਨੀ ਕੌਣ ਹੈ? ਜਿਹਦੇ ਹਿਰਦੇ ਪਰਮਾਤਮਾ ਵਸ ਜਾਂਦਾ। ਕਹਿਤ ਸੁਣਤ ਕਛ ਜੋਗ ਨਾ ਹੋ। ਜੋਗ ਹੁੰਦਾ ਪਰਮਾਤਮਾ ਨਾਲ ਮੇਲ। ਕਹਿਣ ਸੁਣਨ ਨਾਲ ਪਰਮਾਤਮਾ ਨਾਲ ਮੇਲ ਨਹੀਂ ਹੋ ਸਕਦਾ ਜਿੰਨਾ ਚਿਰ ਹਿਰਦੇ 'ਚ ਪਰਮਾਤਮਾ ਦੀ ਯਾਦ ਨੂੰ ਨਹੀਂ ਵਸਾਉਂਦੇ। ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ। ਗਿਆਨੀ ਕੌਣ ਹੁੰਦਾ ਹੈ? ਗਿਆਨੀ ਕੌਣ ਹੁੰਦਾ ਹੈ? ਜਿਹੜਾ ਹਮੇਸ਼ਾ ਪੱਕੇ ਤੌਰ 'ਤੇ ਪਰਮਾਤਮਾ ਦੀ ਆਗਿਆ ਵਿੱਚ ਰਹਿੰਦਾ ਹੈ, ਉਹਦੇ ਹੁਕਮ 'ਚ ਰਹਿੰਦਾ। ਜਿਵੇਂ ਪਰਮਾਤਮਾ ਕਹਿੰਦਾ ਉਵੇਂ ਕਰਦਾ, ਭਾਵ ਜਿਵੇਂ ਗੁਰਬਾਣੀ ਕਹਿੰਦੀ ਹੈ ਉਵੇਂ ਕਰਦਾ ਮਨੁੱਖ। ਊਸ਼ਨ ਇਹ ਹਿੰਦੀ ਦਾ ਸ਼ਬਦ ਹੈ। ਊਸ਼ਨ ਸ਼ੀਤ ਵੀ ਹਿੰਦੀ ਦਾ ਸ਼ਬਦ ਹੈ। ਊਸ਼ਨ ਗਰਮੀ, ਸ਼ੀਤ ਮੈਨੂੰ ਸਰਦੀ ਠੰਡ। ਸਮਸਰ ਵੀ ਹਿੰਦੀ ਦਾ ਸ਼ਬਦ ਹੈ। ਬਰਾਬਰ। ਤਾ ਕਹਿ ਇਹ ਵੀ ਹਿੰਦੀ ਦਾ ਸ਼ਬਦ ਹੈ। ਤਾ ਉਸ ਕਹਿ ਦੇ, ਇਹਨੂੰ ਤਾਂ ਕਹਿ ਨਹੀਂ ਪੜਨਾ। ਬਹੁਤ ਸਾਰੇ ਪਾਠੀ ਕੀਰਤਨੀਏ ਤਾਂ ਕਹਿ ਜਾਂ ਕਹਿ ਕਹਿੰਦੇ ਰਹਿੰਦੇ। ਜਾ ਕਹਿ ਤਾ ਕਹਿ ਹਿੰਦੀ ਦੇ ਸ਼ਬਦ ਹਨ।
ਉਸ਼ਨ ਸ਼ੀਤ ਸੰਸਰ ਸਭ ਤੱਕ। ਜਿਹੜਾ ਪਰਮਾਤਮਾ ਦੀ ਆਗਿਆ ਵਿੱਚ ਰਹਿੰਦਾ ਉਹਦੇ ਲਈ ਉਸ਼ਨ ਗਰਮੀ ਭਾਵ ਦੁੱਖ, ਸ਼ੀਤ ਸਰਦੀ ਭਾਵ ਸੁੱਖ ਬਰਾਬਰ। ਦੁੱਖ ਹੋ ਸੁੱਖ ਹੋ ਉਹ ਇੱਕ ਸਾਰਤ। ਗਿਆਨੀ ਤਤ ਗੁਰਮੁਖ ਵਿਚਾਰੀ, ਨਾਨਕ ਜਾ ਕੋ ਕਿਰਪਾ ਧਾਰੀ। ਜਿਸ ਤੇ ਪਰਮਾਤਮਾ ਕਿਰਪਾ ਕਰਦਾ ਹੈ ਉਹ ਗੁਰੂ ਦੇ ਰਾਹੀਂ ਤਤ ਵਿਚਾਰੀ ਰੱਬ ਦੀ ਵਿਚਾਰ ਕਰਦਾ, ਭਾਵ ਪਰਮਾਤਮਾ ਦਾ ਸਿਮਰਨ ਕਰਦਾ ਹੈ ਅਤੇ ਗਿਆਨੀ ਹੋ ਜਾਂਦਾ ਹੈ। ਜਿਸ ਤੇ ਜਾ ਕੋ, ਜਿਸ ਤੇ ਪਰਮਾਤਮਾ ਕਿਰਪਾ ਕਰਦਾ ਨਾ, ਉਹ ਗੁਰੂ ਦੇ ਰਾਹੀਂ ਪਰਮਾਤਮਾ ਦਾ ਨਾਮ ਜਪਦਾ ਹੈ। ਇਸ ਤਰ੍ਹਾਂ ਉਹ ਗਿਆਨੀ ਹੋ ਜਾਂਦਾ ਹੈ। ਸ਼ਲੋਕ। ਆਵਨ ਆਏ ਸ੍ਰਿਸ਼ਟ ਮੈਂ, ਹਿੰਦੀ ਦਾ ਸ਼ਬਦ ਹੈ ਸ੍ਰਿਸ਼ਟੀ। ਸਪੈਲਿੰਗ ਹਿੰਦੀ ਵਾਲੇ ਨੇ ਟੈਂਕੇ ਨੂੰ ਸਿਆਰੀ ਪਰ ਰੱਖੀ ਸ੍ਰਿਸ਼ਟੀ। ਗੁਰਬਾਣੀ ਦੇ ਨਿਯਮ ਅਨੁਸਾਰ ਟੈਂਕੇ ਨੂੰ ਸਿਆਰੀ ਨਹੀਂ ਬੋਲਦੀ, ਇਸ ਲਈ ਆਪਾਂ ਬੋਲਦੇ ਸ੍ਰਿਸ਼ਟ। ਆਵਨ ਆਏ ਸ੍ਰਿਸ਼ਟ ਮੈਂ, ਬਿਨ ਬੂਝੇ ਪਸ਼ੂ ਢੋਰ। ਇਹਨੂੰ ਪਸ ਨਹੀਂ ਪੜ੍ਹਨਾ। ਪੁਰਾਤਨ ਹਿੰਦੀ ਦਾ ਸ਼ਬਦ ਹੈ ਪਸ਼ੂ। ਅੱਜ ਦੀ ਹਿੰਦੀ ਪੰਜਾਬੀ ਦਾ ਉਚਾਰਨ ਹੈ ਪਸ਼ੂ। ਜੇ ਸੱਸੇ ਨੂੰ ਦਲੈਂਕੜ ਲੱਗੇ ਹੁੰਦੇ ਫਿਰ ਆਪਾਂ ਪੜ੍ਹਦੇ ਪਸ਼ੂ। ਇਹ ਸੱਸੇ ਨੂੰ ਔਂਕੜ, ਇਹਨੂੰ ਪੜ੍ਹਨਾ ਪਸ਼ੂ, ਸੱਸਾ ਬੋਲਣਾ। ਪਸ਼ੂ ਢੋਰ ਡੰਗਰ ਨੂੰ ਕਹਿੰਦੇ। ਸ੍ਰਿਸ਼ਟੀ ਦੇ ਤਾਂ ਆ ਗਏ, ਜਨਮ ਲੈ ਲਿਆ ਬਿਨ ਬੂਝੇ, ਪਰ ਰੱਬ ਨੂੰ ਜਾਣਿਆ ਹੀ ਨਹੀਂ ਅਤੇ ਜੀਵਨ ਐ ਬਤੀਤ ਹੈ ਜੋ ਡੰਗਰਾਂ ਦਾ ਬਤੀਤ ਹੁੰਦਾ। ਡੰਗਰਾਂ ਨੂੰ ਕੋਈ ਸੋਝੀ ਨਹੀਂ ਹੁੰਦੀ, ਇਸ ਲਈ ਉਹ ਕੋਈ ਨਾਮ ਨਹੀਂ ਜਪ ਸਕਦੇ ਕਿਉਂ ਉਹਨੂੰ ਸੋਝੀ ਨਹੀਂ ਹੈਗੀ। ਆਵ ਨਏ ਸ੍ਰਿਸ਼ਟ ਮੈਂ, ਸ੍ਰਿਸ਼ਟੀ ਦੇ ਤਾਂ ਆ ਗਏ, ਮਨੁੱਖਾ ਜੀਵਨ 'ਤੇ ਧਾਰਨ ਕਰ ਲਿਆ, ਪਰ ਰੱਬ ਦੀ ਸੋਝੀ ਨਹੀਂ ਪ੍ਰਾਪਤ ਕੀਤੀ। ਇਸ ਲਈ ਪਸ਼ੂ ਢੋਰ ਹੀ ਰਹਿ ਗਏ, ਡੰਗਰਾਂ ਵਾਂਗ ਜ਼ਿੰਦਗੀ ਰਹਿ ਗਈ। ਨਾਨਕ ਗੁਰਮੁਖ ਸੋ ਬੁਝੈ, ਜਾ ਕੇ ਭਾਗ ਮਥੋਰ। ਮਥੋਰ ਮੇਰੇ ਮੱਥੇ 'ਤੇ, ਜਿਹਦੇ ਮੱਥੇ 'ਤੇ ਚੰਗੀ ਕਿਸਮਤ ਲਿਖੀ ਹੈ ਨਾ, ਗੁਰਮੁਖ ਗੁਰੂ ਦੇ ਰਾਹੀਂ ਉਹ ਪਰਮਾਤਮਾ ਨੂੰ ਜਾਣ ਲੈਂਦਾ, ਸੋ ਬੁਝੈ। ਜਿਹਦੇ ਭਾਗਾਂ 'ਤੇ ਚੰਗੀ ਕਿਸਮਤ ਲਿਖੀ ਹੋਈ ਹੈ ਉਹੀ ਪਰਮਾਤਮਾ ਨੂੰ ਜਾਣ ਸਕਦਾ ਹੈ। ਹਰ ਇੱਕ ਨੂੰ ਤਾਂ ਪਤਾ ਨਹੀਂ ਮੇਰੀ ਚੰਗੀ ਕਿਸਮਤ ਲਿਖੀ ਹੈ ਕਿ ਨਹੀਂ ਲਿਖੀ ਹੋਈ। ਨਹੀਂ ਚੰਗੀ ਲਿਖੀ ਤਾਂ ਚੰਗੀ ਬਣਾਈ ਜਾ ਸਕਦੀ ਹੈ, ਪਰਮਾਤਮਾ ਨੇ ਲਿਖਤੀ। ਅਸੀਂ ਸੰਸਾਰਕ ਯਤਨਾਂ ਨਾਲ ਆਪਣੀ ਕਿਸਮਤ ਨਹੀਂ ਬਦਲ ਸਕਦੇ। ਬਾਣੀ ਪੜ੍ਹ ਪੜ੍ਹ ਕੇ, ਨਾਮ ਜਪ ਜਪ ਕੇ ਹੀ ਅਸੀਂ ਆਪਣੀ ਕਿਸਮਤ ਬਦਲ ਸਕਦੇ ਹਾਂ। ਜੇ ਅਸੀਂ ਕਿਸਮਤ ਬਦਲ ਹੀ ਨਾ ਸਕਦੇ ਹੁੰਦੇ ਤਾਂ ਫਿਰ ਨਾ ਸਤਸੰਗ ਕਰਨ ਦੀ ਲੋੜ ਹੈ ਅਤੇ ਨਾ ਬਾਣੀ ਪੜ੍ਹਨ ਦੀ ਲੋੜ ਹੈ ਅਤੇ ਨਾ ਨਾਮ ਜਪਣ ਦੀ ਲੋੜ ਹੈ। ਜੇ ਕਿਸਮਤ ਹੀ ਨਹੀਂ ਬਦਲਣੀ ਤਾਂ ਫਿਰ ਫਾਇਦਾ ਕਿਆ ਹੈ। ਵੀ ਕਿਸਮਤ ਹੀ ਨਹੀਂ ਬਦਲਣੀ ਫਿਰ ਕਹਿੰਦਾ ਫਾਇਦਾ ਕਿਆ। ਬਾਣੀ ਇਸ ਲਈ ਸੰਸਾਰ 'ਤੇ ਭੇਜੀ ਹੈ ਪਰਮਾਤਮਾ ਗੁਰੂਆਂ ਰਾਹੀਂ, ਨਾਮ ਇਸ ਲਈ ਭੇਜਿਆ। ਪਰਮਾਤਮਾ ਕਹਿੰਦਾ ਮੈਂ ਤਾਂ ਤੁਹਾਡੇ ਕਰਮਾਂ ਨੂੰ ਵੇਖ ਕੇ ਤੁਹਾਡੀ ਕਿਸਮਤ ਲਿਖਤੀ, ਤੁਸੀਂ ਮੇਰੀ ਲਿਖਤ ਨਾਲ ਸੰਤੁਸ਼ਟ ਨਹੀਂ। ਮੈਂ ਸੰਸਾਰ 'ਤੇ ਗੁਰੂ ਅਤੇ ਸਾਧੂ ਭੇਜ ਰਿਹਾ, ਤੁਸੀਂ ਇਹਨਾਂ ਨੂੰ ਮਿਲੋ, ਇਹ ਤੁਹਾਡੀ ਕਿਸਮਤ ਬਦਲ ਸਕਦੇ ਹਨ। ਅਤੇ ਸਾਡਾ ਹੁਣ ਗੁਰੂ ਕੌਣ ਹੈ? ਬਾਣੀ। ਬਾਣੀ ਨੇ ਹੀ ਸਾਡੀ ਕਿਸਮਤ ਬਦਲਣੀ ਹੈ। ਜਿੰਨੇ ਜ਼ਿਆਦਾ ਪੜ੍ਹ ਲੋਗੇ, ਜਿੰਨਾ ਨਾਮ ਜ਼ਿਆਦਾ ਜਪ ਲੋਗੇ, ਉਨੇ ਬੈਡ ਲੱਕ ਤੋਂ ਗੁੱਡ ਲੱਕ, ਗੁੱਡ ਤੋਂ ਬੈਟਰ, ਬੈਟਰ ਤੋਂ ਬੈਸਟ ਹੋ ਹੀ ਜਾਵੇਗੀ। ਜਿਹੜੀ ਕਿਸਮਤ ਸਾਡੀ ਲਿਖੀ ਇਹ ਵੀ ਅਸੀਂ ਬਣਾਈ ਹੈ, ਪਰਮਾਤਮਾ ਸਿਰਫ ਲਿਖੀ ਹੈ। ਅਤੇ ਹੁਣ ਜਿਹੜੀ ਬਣਾਈ ਹੋਈ ਹੈ ਉਸ ਨੂੰ ਅਸੀਂ ਬਦਲ ਵੀ ਸਕਦੇ ਕਿਉਂਕਿ ਅਸੀਂ ਹੀ ਬਣਾਈ ਹੋਈ ਹੈ। ਅਸੀਂ ਹੀ ਬਣਾਈ ਆਪਣੇ ਕਰਮ ਕਰਕੇ ਕਿਸਮਤ। ਹੁਣ ਅਸੀਂ ਉਸ ਨੂੰ ਬਦਲ ਵੀ ਸਕਦੇ ਹਾਂ ਅਤੇ ਸਾਧਨ ਹੈ ਬਾਣੀ ਪੜ੍ਹੋ, ਨਾਮ ਜਪੋ, ਕਿਸਮਤ ਬਦਲ ਜਾਏਗੀ। ਜੇ ਇੱਕ ਬੱਚੇ ਨੂੰ ਮੈਂ ਪਾੜ ਦਿੱਤਾ, ਅੱਜ ਕਹਿੰਦਾ ਬਾਬਾ ਜੀ ਮੈਨੂੰ ਅਫਸੋਸ ਹੈ ਜੇ ਬਹੁਤੇ ਲੋਕਾਂ ਨੂੰ ਤੁਹਾਡਾ ਪਤਾ ਹੀ ਨਹੀਂ ਲੱਗਿਆ, ਐਵੇਂ ਧੱਕੇ ਥੋੜ੍ਹੇ ਜਿਹੇ ਖਾਈ ਜਾਂਦੇ। ਕਹਿੰਦਾ ਕਮਾਲ ਹੈ ਬਾਣੀ ਹੈ। ਮੈਂ ਕਹਿੰਦਾ ਮੇਰਾ ਕੰਮ ਹੋ ਹੀ ਨਹੀਂ ਸਕਦਾ। ਕਹਿੰਦੇ 21 ਦਿਨਾਂ ਦੀ ਗੱਲ ਉਹ ਬਣ ਗਈ। ਨਾਲੇ
ਉਹ ਰੋਈ ਜਾਵੇ ਅਤੇ ਨਾਲੇ ਕਹਿੰਦਾ ਬਾਬਾ ਜੀ ਅਜੇ ਲੋਕਾਂ ਨੂੰ ਪਤਾ ਹੀ ਨਹੀਂ ਤੁਹਾਡਾ ਲੱਗਾ ਹੋਇਆ, ਭਟਕੀ ਜਾਂਦੇ ਹੋ। ਮੈਂ ਅਸੀਂ ਤਾਂ ਭਾਈ ਕਥਾ ਵਾਰਤਾ ਨਹੀਂ ਕਹਿੰਦੇ ਰਹੇ ਨੇ, ਭਾਈ ਬਾਣੀ ਪੜ੍ਹੋ, ਨਾਮ ਜਪੋ, ਕਿਉਂ ਐਵੇਂ ਬਦਕਿਸਮਤਾਂ ਵਾਂਗੂ ਫਿਰੀ ਜਾਂਦੇ ਹੋ। ਬਾਣੀ ਕਹਿੰਦੇ ਜਿਸ ਧਨ ਦੀ ਖਾਤਰ ਤੂੰ ਦੇਸਾਂ ਪ੍ਰਦੇਸਾਂ 'ਚ ਭਟਕ ਰਿਹਾ ਹੈ, ਸੋ ਧਨ ਹਰ ਸੇਵਾ 'ਤੇ ਪਾਵਾਂ। ਉਹ ਤੇ ਪਰਮਾਤਮਾ ਸਿਮਰਨ ਕਰਨ ਨਾਲ ਹੀ ਤੈਨੂੰ ਮਿਲ ਜਾਣਾ ਹੈ, ਕਿਉਂ ਐਵੇਂ ਭਟਕੀ ਜਾਂਦਾ। ਭਟਕ ਰਹੇ ਨੇ, ਪਾਠ ਨਹੀਂ ਕਰਦੇ, ਮਾਂ ਨੂੰ ਕਹਿਣਗੇ ਤੂੰ ਕਰਦੇ, ਭੈਣ ਨੂੰ ਕਹਿਣੇ ਤੂੰ ਕਰਦੇ, ਭਟਕੀ ਜਾਵੇ ਤੂੰ। ਜਿਵੇਂ ਮੈਂ ਕਹਾਂ ਜੀ ਇਹ ਅੰਗਰੇਜ਼ੀ ਦਵਾਈ ਮੇਰੇ ਤੋਂ ਖਾ ਨਹੀਂ ਹੁੰਦੀ, ਵੀ ਰਘਬੀਰ ਸਿੰਘ ਇਹ ਤੁਸੀਂ ਖਾ ਲਓ ਅਤੇ ਪੇਟ ਮੇਰਾ ਠੀਕ ਹੋ ਜਾਏ, ਕਦੇ ਇਹ ਗੱਲ ਬਣਦੀ ਹੁੰਦੀ। ਕਦੇ ਕੋਈ ਮਜਬੂਰੀ ਹੋਵੇ, ਬਾਣੀ ਨਹੀਂ ਪੜ੍ਹਨੀ ਆਉਂਦੀ, ਉਹ ਤਾਂ ਠੀਕ ਹੈ, ਕੋਈ ਦੂਜਾ ਪੜ੍ਹ ਕੇ ਸੁਣਾ ਦੇਗਾ, ਸੁਣਾ। ਇਹ ਕਰਨ ਨੂੰ ਕੁਛ ਨਹੀਂ ਤਿਆਰ, ਉਂਝ ਚਾਹੁੰਦਾ ਮਿਲ ਜਾਏ, ਉਹ ਮਿਲ ਜਾਏ। ਪਹਿਲਾਂ ਬਾਣੀ ਪੜ੍ਹੋ, ਗਿਵ ਗੁਰੂ ਨੂੰ ਦਿਓ, ਫਿਰ ਟੇਕ ਹੈ, ਫਿਰ ਮੰਗੋ। ਪਹਿਲਾਂ ਪਾਠ ਕਰੋ, ਫਿਰ ਉਹਦੇ ਬਦਲੇ 'ਚ ਮੰਗੋ। ਇੱਥੇ ਮੰਗੀ ਜਾਂਦੇ ਨੇ, ਪਾਠ ਕਰਦਾ ਕੋਈ ਨਹੀਂ। ਗੁਰੂ ਨੂੰ ਕੋਈ ਦਿਓ, ਉਹਦੇ ਬਦਲੇ ਮੰਗੋ, ਕਰੋ ਕੁਛ ਗੁਰੂ ਲਈ। ਅੱਗੇ ਕਹਿੰਦੇ ਯਾ ਯੁਗ ਮੈਂ ਏਕ ਏਕੋ ਆਇਆ। ਉੱਪਰ ਕਹਿੰਦੇ ਸੀ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ੂ ਢੋਰ। ਇੱਥੇ ਸ੍ਰਿਸ਼ਟੀ ਅਤੇ ਮਨੁੱਖਾ ਜੀਵਨ ਲੈ ਕੇ ਆ ਗਏ, ਪਰ ਪਰਮਾਤਮਾ ਨੂੰ ਜਾਣਿਆ ਹੀ ਨਹੀਂ, ਇਸ ਲਈ ਪਸ਼ੂਆਂ ਡੰਗਰਾਂ ਦੀ ਤਰ੍ਹਾਂ ਰਹਿ ਗਏ। ਪਰ ਜੇ ਕਹਿੰਦੇ ਮੱਥੇ ਚੰਗੇ ਭਾਗ ਲਿਖੇ ਹੋਣ ਤਾਂ ਗੁਰੂ ਰਾਹੀਂ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਅੱਗੇ ਕਹਿੰਦੇ ਯਾ ਯੁਗ ਮੈਂ ਏਕੈ ਕੋ ਆਇਆ। ਤੂੰ ਇਸ ਮਨੁੱਖਾ ਜੀਵਨ 'ਚ ਇੱਕ ਪਰਮਾਤਮਾ ਦੀ ਪ੍ਰਾਪਤੀ ਲਈ ਆਇਆ ਸੀ। ਯੁਗ ਭਾਵ ਜੀਵਨ। ਤੂੰ ਮਨੁੱਖਾ ਜੀਵਨ 'ਚ ਪਰਮਾਤਮਾ ਇੱਕ ਦੀ ਪ੍ਰਾਪਤੀ ਲਈ ਆਇਆ ਸੀ, ਅਤੇ ਉਹ ਇੱਕ ਕੌਣ ਹੈ? ਪਰਮਾਤਮਾ। ਤੂੰ ਇਸ ਮਨੁੱਖਾ ਜੀਵਨ 'ਚ ਪਰਮਾਤਮਾ ਦੀ ਪ੍ਰਾਪਤੀ ਲਈ ਆਇਆ। ਜਨਮਤ ਦਾ ਮਤਲਬ ਜੰਮਦੇ ਸਾਰ ਹੀ ਮੋਹਿਓ ਮੋਹਣੀ ਮਾਇਆ। ਇਹ ਮਨ ਨੂੰ ਮੋਹ ਲੈਣ ਵਾਲੀ ਮਾਇਆ ਨੇ ਤੈਨੂੰ ਮੋਹ ਲਿਆ ਜੰਮਦੇ ਸਾਰੀ। ਅੱਜ ਇੱਕ ਪਰਿਵਾਰ ਨਾਲ ਛੋਟਾ ਜਿਹਾ ਬੱਚਾ ਆਇਆ, ਉਹਨਾਂ 50 ਰੁਪਏ ਮੇਰੇ ਅੱਗੇ ਰੱਖੇ, ਮੈਂ ਚੱਕ ਕੇ ਜਵਾਕ ਨੂੰ ਦਿੱਤੇ, ਉਹਨੇ ਫਟਾ ਹੱਥ ਅੱਗੇ ਕੀਤਾ, ਫੜ ਲੈ। ਮੈਂ ਦੇਖਿਆ ਮਾਇਆ ਦਾ ਗਿਆਨ ਛੋਟੇ ਤੋਂ ਛੋਟੇ ਨੂੰ ਹੋਈ ਹੈ। ਇਸ ਲਈ ਕਹਿੰਦੇ ਜਨਮਤ ਮੋਹਿਓ ਮੋਹਣੀ ਮਾਇਆ। ਜੰਮਦੇ ਸਾਰ ਇਸ ਮਨ ਨੂੰ ਮੋਹ ਲੈਣ ਲਈ ਮਾਇਆ ਨੇ ਮਨ ਨੂੰ ਮੋਹ ਲਿਆ ਹੈ। ਆਇਆ ਸੀ ਨਾਮ ਜਪਣ, ਆਇਆ ਸੀ ਪਰਮਾਤਮਾ ਦੀ ਪ੍ਰਾਪਤੀ ਲਈ, ਅਤੇ ਉਹ ਮਾਇਆ ਨੇ ਮੋਹ ਲਿਆ ਹੈ, ਉੱਧਰ ਲੱਗ ਗਿਆ। या युग में एक को आया, या युग में एक को आया, या युग में एक को आया, या युग में एक को आया। जनमत मोहयो मोहनी माया, जनमत मोहयो मोहनी माया, जनमत मोहयो मोहनी माया। गर्भ कुंट में उर्द तप करते। गर्भ कुंट माता के पेट विच, उर्द हुंदा पुठा, माता के पेट पुठा हो के भी तप करता रहिंदा है। सास सास सिमरत प्रभृत, श्वास श्वास परमात्मा का सिमरन करता रहिंदा है। पर फिर उर्ज परे जो छोड़ छड़ाना, जदों आ गया माता के पेट तो बाहर, फिर ਜਿਹੜਾ ਛੱਡ ਕੇ ਚਲੇ ਜਾਣਾ ਉਹਦੇ ਵਿੱਚ ਹੀ ਲੱਗ ਗਿਆ ਹੈ। ਛੋੜ ਛਡਾਨਾ, ਜਿਹਨੂੰ ਛੱਡ ਕੇ ਚਲੇ ਜਾਣਾ ਉਰਜ ਪਰੇ, ਉਸ ਵਿੱਚ ਉਲਝ ਗਿਆ ਹੈ। ਉਸੇ ਨੂੰ ਹੀ ਪ੍ਰਾਪਤ ਕਰਨ 'ਤੇ ਲੱਗਾ ਹੋਇਆ ਜਿਹੜਾ ਛੱਡ ਕੇ ਚਲੇ ਜਾਣਾ ਹੈ। ਦੇਵਨ ਹਾਰ ਮਨੈ ਬਿਸਰਨ, ਉਹ ਪਰਮਾਤਮਾ ਦੇ ਮਨ 'ਤੇ ਵਿਸਾਰ ਹੀ ਦਿੱਤਾ ਹੈ, ਉਹਨੂੰ ਭੁਲਾ ਹੀ ਦਿੱਤਾ ਹੈ। ਉਹਨੂੰ ਮਨੁੱਖ ਦਾਤਾ ਹੀ ਨਹੀਂ ਮੰਨਦਾ ਹੈਗਾ, ਉਹ ਦਾਤਾ ਹੈ। ਇੱਕ ਅੱਧੀ ਚੀਜ਼ ਦਾ ਨਹੀਂ, ਸਰਬ ਸੁਖ ਦਾਤਾ,
ਹਰ ਇੱਕ ਚੀਜ਼ ਦਿੰਦਾ ਉਹ, ਸਿਰਫ ਉਹਦਾ ਸਿਮਰਨ ਕਰਨਾ ਪਏਗਾ। ਉਹ ਕਿਸੇ ਰਾਹੀਂ ਦੇਵੇ, ਕਿਸੇ ਤਰੀਕੇ ਨਾਲ ਦੇਵੇ, ਉੱਤੋਂ ਤਾਂ ਕੋਈ ਸੁੱਟਣਾ ਨਹੀਂ ਹੁੰਦਾ। ਨਾ ਤੁਹਾਡਾ ਉੱਤੋਂ ਘਰ ਕੋਈ ਸੁੱਟਣਾ ਅਤੇ ਨਾ ਤੁਹਾਡਾ ਕੋਈ ਮੋਟਰਸਾਈਕਲ ਸੁੱਟਣਾ ਉੱਤੋਂ। ਹੁਣ ਤੇ ਬਿਧ ਬਣਾਉਣੀ ਹੈ, ਉਸਨੇ ਬਿਧ ਬਣਾਉਣੀ ਹੈ। ਇੱਕ ਬੰਦਾ ਆਇਆ ਕਾਰ ਲੈ ਕੇ, ਮਹਾਂਪੁਰਖਾਂ ਨੂੰ ਕਹਿੰਦਾ ਆਹ ਲਓ ਜੀ ਚਾਬੀ, ਮੈਂ ਕਾਰ ਖੜੀ ਕਰ ਚੱਲਿਆ, ਇਹ ਤੁਹਾਡੀ ਹੋਈ। ਅੱਜ ਤੋਂ ਕਾਗਜ਼ ਪੱਤਰ ਉਹਨਾਂ ਦੇ ਨਾਂ 'ਤੇ ਬਣਾ ਕੇ ਲਿਆ ਸੀ, ਮਹਾਂਪੁਰਖਾਂ ਦੇ ਗਏ। ਹੁਣ ਕੋਈ ਮੰਗੀ ਨਹੀਂ, ਕੋਈ ਕੁਛ ਨਹੀਂ। ਨਾਮ ਜਪਦੇ ਰਹਿੰਦੇ ਨੇ, ਪਰਮਾਤਮਾ ਆਪੇ ਭੇਜੀ ਜਾਂਦਾ ਹੈ। ਇੱਕ ਕਾਰ ਲੈ ਮਹਾਂਪੁਰਖਾਂ ਕੋਲ, ਬਾਬਾ ਜੀ ਤੁਹਾਨੂੰ ਕਾਰ, ਕਹਿੰਦਾ ਨਾ ਭਰਾਵਾ ਮੈਂ ਨਹੀਂ ਕਾਰ ਲੈਣੀ। ਕਹਿੰਦਾ ਕਿਉਂ ਜੀ? ਕਹਿੰਦੇ ਜੇ ਤੂੰ ਕਾਰ ਦੇ ਕੇ ਮੈਨੂੰ ਡਰਾਈਵਰ ਰੱਖਣਾ ਪਏਗਾ, ਫਿਰ ਡਰਾਈਵਰ ਨੂੰ ਤਨਖਾਹ ਦੇਣੀ ਪਏਗੀ, ਕਾਰ 'ਚ ਪੈਟਰੋਲ ਪਾਉਣਾ ਪਏਗਾ, ਜੇ ਖਰਾਬ ਹੋ ਗਈ ਉਹਨੂੰ ਠੀਕ ਕਰਾਉਣਾ ਪਏਗਾ, ਕਾਰ ਖੜੀ ਕਰਨ ਲਈ ਮੈਨੂੰ ਗੈਰੇਜ ਬਣਾਉਣੀ ਪਏਗੀ। ਤੂੰ ਆਪਣੀ ਪਰਵਾਹ ਕਰ ਹੀ ਲੈ ਜਾ, ਮੈਂ ਤਾਂ ਐਂ ਠੀਕ ਹਾਂ। ਲਈ ਹੋਈ ਨਹੀਂ ਕਾਰ, ਉਹਨਾਂ ਨੂੰ ਗਿਆਨ ਸੀ ਕਿ ਕਾਰ ਲੈ ਲਾਂਗੇ ਤਾਂ ਹੋਰ ਕਈ ਕੁਛ ਸਿਆਪਾ ਖੜਾ ਹੋ ਜਾਣਾ। ਦਿੱਲੀ ਕਿ ਕਾਰ ਨਾਲ ਤਾਂ ਇੰਨਾ ਹੈ। ਕਹਿੰਦੇ ਮੈਨੂੰ ਡਰਾਈਵਰ ਰੱਖਣਾ ਪੈਣਾ, ਡੀਜ਼ਲ ਦਾ ਪ੍ਰਬੰਧ ਕਰਨਾ ਪੈਣਾ, ਖਰਾਬ ਹੋ ਗਈ ਮਕੈਨਿਕ ਕੋਲ ਜਾਣਾ ਪੈਣਾ ਹੈ, ਫਿਰ ਇਹਨੂੰ ਖੜੀ ਕਰਨ ਲਈ ਗੈਰੇਜ ਦੀ ਲੋੜ ਹੈਗੀ। ਇਸ ਲਈ ਕਹਿੰਦੇ ਮੈਂ ਇਸ ਵਕਤ 'ਚ ਨਹੀਂ ਪੈਣਾ, ਆਪਣੀ ਕਾਰ ਲੈ ਜਾ, ਮੈਂ ਤਾਂ ਐਂ ਠੀਕ ਹੈ। ਜਿਹਨੂੰ ਲੋੜ ਹੈ ਆਪੇ ਮੈਨੂੰ ਲੈ ਜਾਂਦਾ, ਨਹੀਂ ਆਪਾਂ ਆਪਣੀ ਥਾਂ 'ਤੇ ਬੈਠੇ ਹੋਏ ਹਾਂ। ਕਹਿੰਦੇ ਇਸ 'ਤੇ ਭਰਾਵਾ ਖੂਹ ਆ, ਸਾਨੂੰ ਤਾਂ ਦਰਿਆ ਦੀ ਲੋੜ ਨਹੀਂ। ਤਾਂ ਦਰਿਆ ਜਿਹੜੇ ਸੰਤ ਹੁੰਦੇ ਉਹਨਾਂ ਨੂੰ ਕਾਰਾਂ ਦੀ ਲੋੜ ਹੈ, ਖੂਹ ਨੂੰ ਕੀ ਲੋੜ ਹੈ? ਸੰਤ ਵੀ ਦੋ ਪ੍ਰਕਾਰ ਦੇ ਹੁੰਦੇ ਨੇ, ਇੱਕ ਖੂਹ, ਇੱਕ ਦਰਿਆ। ਖੂਹ ਇੱਕੋ ਥਾਂ 'ਤੇ ਹੈ, ਪਿਆਸਾ ਆਪਣੀ ਲੋੜ ਨੂੰ ਖੂਹ 'ਤੇ ਆਉਂਦਾ ਹੈ, ਖੂਹ ਚੱਲ ਕੇ ਨਹੀਂ ਜਾਂਦਾ, ਪਿਆਸਾ ਖੂਹ 'ਤੇ ਆਉਂਦਾ ਹੈ। ਦਰਿਆ ਕਿੱਥੇ ਪਹਾੜਾਂ ਤੋਂ ਨਿਕਲਦਾ, ਚੱਲਦਾ ਕਿੱਥੇ ਸਮੁੰਦਰ ਤੱਕ ਚਲਾ ਜਾਂਦਾ ਹੈ। ਕੋਈ ਸਾਧੂ ਥਾਂ 'ਤੇ ਜਾ ਕੇ ਪ੍ਰਚਾਰ ਕਰਦੇ ਹਨ। ਮੈਂ ਮਹਾਂਪੁਰਖਾਂ ਨੂੰ ਪੁੱਛਿਆ ਵੀ ਦੋਨਾਂ 'ਚ ਵਧੀਆ ਕਿਹੜੇ ਨੇ? ਕਹਿੰਦੇ ਪਿੰਡ ਰਸਾ ਵਧੀਆ ਘਟੀਆ ਦੀ ਗੱਲ ਨਹੀਂ ਹੁੰਦੀ। ਪਰਮਾਤਮਾ ਕਈਆਂ ਨੂੰ ਕਹਿੰਦੇ ਤੁਸੀਂ ਖੂਹ ਸਾਧੂ ਹੋ ਜਾਓ, ਉਹ ਖੂਹ ਸਾਧੂ ਹੋ ਜਾਏ, ਕਿ ਦਰਿਆ ਸਾਧੂ ਹੋ ਜਾਓ, ਉਹ ਥਾਂ 'ਤੇ ਜਾ ਕੇ ਦੀਵਾਨ ਲੈਂਦੇ ਨੇ। ਬਸ ਉਹਨਾਂ ਨੂੰ ਪਰਮਾਤਮਾ ਵੱਲੋਂ ਹੁਕਮ ਹੁੰਦਾ ਹੈ। ਅਸੀਂ ਕਹਿੰਦੇ ਖੂਹ ਸਾਧੂ ਹਾਂ, ਅਸੀਂ ਬੈਠੇ ਹਾਂ, ਜਿਹਨੂੰ ਲੋੜ ਹੈ ਭਾਈ ਆ ਜਾਓ, ਨਹੀਂ ਤਾਂ ਅਸੀਂ ਆਪਣੀ ਥਾਂ 'ਤੇ ਬੈਠੇ ਹੋਏ ਹਾਂ। ਸੋ ਉਹ ਖੂਹ ਸਾਧੂ ਸਨ, ਅਲਕੇ ਅਸੀਂ ਕਾਰ ਤੋਂ ਕੀ ਲੈਣਾ, ਲੈ ਜਾ ਆਪਣੀ ਕਾਰ ਕੋਲ ਲੈ ਜਾ। ਸੋ ਗੁਰੂ ਮਹਾਰਾਜ ਕਹਿੰਦੇ ਧਾਰੋ ਕਿਰਪਾ ਜਿਸੈ ਗੁਸਾਈ। ਹੇ ਪਰਮਾਤਮਾ ਜਿਸ 'ਤੇ ਤੁਸੀਂ ਕਿਰਪਾ ਕਰਦੇ ਹੋ ਨਾ, ਇਤੂ ਤੇ ਨਾਨਕ ਤਿਸ ਬਿਸਰੋ ਨਹੀਂ। ਗੁਰੂ ਮਹਾਰਾਜ ਕਹਿੰਦੇ ਉਹਨੂੰ ਇਤ ਉਤ, ਇੱਥੇ ਉੱਥੇ, ਭਾਵ ਕਿਸੇ ਵੀ ਥਾਂ 'ਤੇ ਤੁਸੀਂ ਉਸਨੂੰ ਵਿਸਰਦੇ ਹੀ ਨਹੀਂ। ਇਤ ਮੈਨੇ ਇੱਥੇ, ਉਤ ਮੈਨੇ ਉੱਥੇ, ਇੱਥੇ ਉੱਥੇ, ਭਾਵ ਕਿਸੇ ਵੀ ਥਾਂ 'ਤੇ ਤੁਸੀਂ ਉਸਨੂੰ ਭੁੱਲਦੇ ਹੀ ਨਹੀਂ। ਕਿਸ ਨੂੰ? ਧਾਰੋ ਕਿਰਪਾ ਜਿਸੈ ਗੁਸਾਈ। ਇਹ ਪਰਮਾਤਮਾ ਜਿਸ 'ਤੇ ਤੁਸੀਂ ਕਿਰਪਾ ਕਰਦੇ ਹੋ, ਸੋ ਉਹਨੂੰ ਨਹੀਂ ਭੁੱਲਦੇ। ਬਾਕੀ ਤੇ ਬਸ ਜੰਮਦੇ ਸਾਰੀ ਮਾਇਆ ਮੋਹ ਲੈਂਦੀ ਹੈ। या जुग में एक को आया, या जुग में एक को आया, जनमत मोहयो मोहनी माया, जनमत मोहयो मोहनी माया, गर्भ कुंठ में उर्द तप करते, 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 सास सास सिमरत प्रभ रहते, सास सास सिमरत प्रभ रहते, सास सास सिमरत प्रभ रहते, सास सास सिमरत प्रभ रहते,
ਉਰਜ ਪਰੇ ਜੋ ਛੋੜ ਛਡਾਨਾ, ਉਰਜ ਪਰੇ ਜੋ ਛੋੜ ਛਡਾਨਾ, ਉਰਜ ਪਰੇ ਜੋ ਛੋੜ ਛਡਾਨਾ, ਉਰਜ ਪਰੇ ਜੋ ਛੋੜ ਛਡਾਨਾ। ਦੇਵਨਹਾਰ ਮਨ ਬਿਸਰਾਨਾ, ਦੇਵਨਹਾਰ ਮਨ ਬਿਸਰਾਨਾ, ਦੇਵਨਹਾਰ ਮਨ ਬਿਸਰਾਨਾ, ਦੇਵਨਹਾਰ ਮਨ ਬਿਸਰਾਨਾ। ਤਾਰੋ ਕਿਰਪਾ ਜਿਸੈ ਗੁਸਾਈ, ਤਾਰੋ ਕਿਰਪਾ ਜਿਸੈ ਗੁਸਾਈ, ਤਾਰੋ ਕਿਰਪਾ ਜਿਸੈ ਗੁਸਾਈ, ਤਾਰੋ ਕਿਰਪਾ ਜਿਸੈ ਗੁਸਾਈ। ਇਤ ਉਤ ਨਾਨਕ ਤਿਸ ਬਿਸਰੋ ਨਾਹੀ, ਇਤ ਉਤ ਨਾਨਕ ਤਿਸ ਬਿਸਰੋ ਨਾਹੀ, ਇਤ ਉਤ ਨਾਨਕ ਤਿਸ ਬਿਸਰੋ ਨਾਹੀ, ਇਤ ਉਤ ਨਾਨਕ ਤਿਸ ਬਿਸਰੋ ਨਾਹੀ। ਅੱਗੇ ਕਹਿੰਦੇ ਨੇ ਸ਼ਲੋਕ, ਆਵਤ ਹੁਕਮ ਵਿਨਾਸ਼ ਹੁਕਮ, ਆਗਿਆ ਭਿੰਨ ਨਾ ਕੋਈ। ਪਰਮਾਤਮਾ ਉਹਦੇ ਹੁਕਮ, ਇਹ ਜੀਵ ਪਰਮਾਤਮਾ ਦੇ ਹੁਕਮ 'ਚ ਆਉਂਦਾ। ਹੁਕਮ ਵਿਨਾਸ਼ ਹੁਕਮ, ਹੁਕਮ ਦੇ ਵਿੱਚ ਹੀ ਮਿੱਤ ਮਰ ਜਾਂਦਾ ਹੈ, ਚਲਿਆ ਜਾਂਦਾ। ਤਾਂ ਆਗਿਆ ਭਿੰਨ ਨਾ ਕੋਈ, ਉਹਦੇ ਹੁਕਮ ਤੋਂ ਅਲੱਗ ਕੋਈ ਨਹੀਂ ਹੈ। ਸਭ ਉਹਦੇ ਹੁਕਮ 'ਚ ਇਸ ਸੰਸਾਰ 'ਚ ਆਏ, ਸਭ ਉਹਦੇ ਹੁਕਮ 'ਚ ਇਸ ਸੰਸਾਰ ਤੋਂ ਜਾਣਗੇ। ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਆਵਨ ਜਾਣਾ ਤਿਹ ਮਿਟੈ, ਤਿਹ ਮੈਨੇ ਉਸ ਦਾ। ਇਹ ਜੰਮਣਾ ਮਰਨਾ ਉਸ ਦਾ ਮਿਟਦਾ ਹੈ। ਨਾਨਕ ਜਿਹ ਮਨ ਸੋਏ, ਜਿਹਦੇ ਮਨ 'ਚ ਪਰਮਾਤਮਾ ਵਸ ਜਾਂਦਾ ਹੈ। ਜੰਮਣ ਮਰਨਾ ਆਉਣਾ ਜਾਣਾ ਉਸ ਦਾ ਮਿਟਦਾ, ਜਿਸ ਦੇ ਮਨ 'ਚ ਪਰਮਾਤਮਾ ਵਸ ਜਾਏ। ਆਵਨ ਜਾਨ ਤਿਹ ਮਿਟੈ, ਆਵਨ ਜਾਨ ਤਿਹ ਮਿਟੈ, ਆਵਨ ਜਾਨ ਤਿਹ ਮਿਟੈ, ਆਵਨ ਜਾਨ ਤਿਹ ਮਿਟੈ। ਨਾਨਕ ਜੇ ਮਨ ਸੋਏ, ਨਾਨਕ ਜੇ ਮਨ ਸੋਏ, ਨਾਨਕ ਜੇ ਮਨ ਸੋਏ, ਨਾਨਕ ਜੇ ਮਨ ਸੋਏ। ਇਹ ਦੋ ਸ਼ਬਦਾਂ ਦਾ ਬੜਾ ਖਿਆਲ ਕਰਨਾ। ਤੇ ਜੇ ਨਹੀਂ ਤਾਂ ਆਮ ਪਾਠੀ ਕਰਦੇ ਆਵਣ ਜਾਣਾ ਤੈ ਮਿਟੈ। ਨਾਨਕ ਜਹ ਮਨ ਸੋਏ, ਉਹਨਾਂ ਨੂੰ ਸਿਹਾਰੀ ਦਿਸਦੀ ਨਹੀਂ ਜਾਂ ਬੋਲਣੀ ਨਹੀਂ ਆਉਂਦੀ। ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ ਵੀ ਤੁਹਾਨੂੰ ਸਿਹਾਰੀ ਦਿਸਦੀ ਨਹੀਂ ਕਿ ਤੁਹਾਨੂੰ ਬੋਲਣੀ ਨਹੀਂ ਆਉਂਦੀ। ਮੈਂ 95-96% ਲੋਕਾਂ ਨੂੰ ਇਹ ਦੋ ਸ਼ਬਦ ਹੀ ਨਹੀਂ ਬੋਲੇ ਜਾਂਦੇ। ਵੀ ਤੱਤੇ ਨੂੰ ਸਿਹਾਰੀ ਲੱਗੀ ਹੈ ਤਿਹ, ਜੱਜੇ ਨੂੰ ਸਿਹਾਰੀ ਲੱਗੀ ਹਾ ਹਾ ਜਿਹ ਨ ਤੈ ਜੈ। ਕਦੇ ਕਿਸੇ ਪਾਠ ਨੂੰ ਸੁਣ ਲਓ ਤੈ ਜੈ ਕਹਿਣਗੇ, ਤਿਹ ਜਿਹ ਆਉਂਦੇ ਹੀ ਨਹੀਂ। ਜਾਂ ਤਾਂ ਉਂਝ ਅੰਨੇ ਨੇ ਅਤੇ ਜਾਂ ਫਿਰ ਪੜ੍ਹਨਾ ਨਹੀਂ ਆਉਂਦਾ। ਦੋ ਹੀ ਗੱਲਾਂ ਹੋ ਸਕਦੀਆਂ ਹਨ। ਪੰਜਾਬੀ ਕਿੰਨੀ ਸਾਡੀ ਕਮਜ਼ੋਰ ਹੈ, ਮੈਂ ਤਾਂ ਹੈਰਾਨ ਰਹਿ ਜਾਂਦਾ ਹਾਂ। ਵੈਸੇ ਤਾਂ ਪਾਠੀ ਵਿਚਾਰੇ ਬਣਦੇ ਹੀ ਉਹ ਦੇਸੀ ਜਾਂ ਸਾਰੇ ਨੇ। ਕੋਈ 2 ਜਮਾਤਾਂ, ਕੋਈ 6 ਜਮਾਤਾਂ, 8 ਜਮਾਤਾਂ ਪੜ੍ਹਿਆ ਹੋਇਆ ਹੁੰਦਾ ਹੈ। ਜਿਹੜਾ ਜ਼ਿਆਦਾ ਕੁਆਲੀਫਾਈਡ ਬੰਦਾ ਉਹ ਤਾਂ ਪਾਠੀ ਬਣਦੇ ਹੀ ਨਹੀਂ। ਉਹ ਤਾਂ ਮੁਫਤ ਪਾਠ ਕਰਦਾ ਜਿਵੇਂ ਤੁਸੀਂ ਕਰਦੇ। ਤੁਹਾਡੇ ਜਿਹੜੇ ਕੁਆਲੀਫਾਈਡ ਬੰਦੇ ਨੇ ਉਹ ਮੁਫਤ ਪਾਠ ਕਰਦੇ ਨੇ, ਜਿਹੜੇ ਘੱਟ ਪੜ੍ਹੇ ਨੇ ਉਹ ਪੇਡ ਪਾਠ ਕਰਦੇ ਨੇ। ਦੇਖੋ, ਜਿਹੜੇ ਕੁਆਲੀਫਾਈਡ ਬੰਦੇ ਨੇ, ਹਾਈਲੀ ਕੁਆਲੀਫਾਈਡ ਬੰਦੇ ਉਹ ਮੁਫਤ ਪਾਠ ਕਰਦੇ ਨੇ। ਜਿਹੜੇ 8-10 ਜਮਾਤਾਂ ਪੜ੍ਹੇ ਨੇ ਉਹ ਪੇਡ ਪਾਠ ਕਰਦੇ ਨੇ। ਉਹਦਾ ਕਾਰਨ ਕੀ ਹੈ ਕਿ ਤੁਹਾਡੇ ਕੋਲ ਕਮਾਈ ਦਾ ਸਾਧਨ ਹੈ, ਉਹਨਾਂ ਕੋਲ ਹੋਰ ਕਮਾਈ ਦਾ ਸਾਧਨ ਕੋਈ ਨਹੀਂ। ਉਹ ਇਸ ਕਰਕੇ ਵਿਚਾਰੇ ਲੱਗੇ ਨੇ ਵੀ ਚਲੋ ਪਾਠ ਕਰਕੇ ਕਮਾ ਰਹੇ ਨੇ, ਦਸਾਂ ਨੂੰ ਉਹਦੀ ਕਿਰਤ ਹੈ। ਅਤੇ ਜੇ ਵੀ ਅੱਗੋਂ ਪੜ੍ਹਿਆ, ਪਿੱਛੋਂ ਪੜ੍ਹਿਆ, ਵਿੱਚੋਂ ਵਿੱਚ ਤੇਰੇ ਦਰਸ਼ਨ ਕਰਿਆ ਅਤੇ ਫਿਰ ਤੇ ਛਿੱਤਰ ਖਾਣੇ ਗਾਣੇ ਧਰਮਰਾਜ ਤੇ ਆ ਜਾ ਵੀ ਸੱਜਣਾ, ਆ ਜਾਵੇ। ਤੂੰ ਵਿੱਚ ਸੌਂ ਗਿਆ ਸੀ ਅਤੇ ਫਿਰ ਅੰਦਾਜ਼ਾ ਲੈ ਵੀ 10 ਸਫ਼ੇ ਲੰਘ ਗਏ, 10 ਸਫ਼ੇ ਉਲਟਾ ਤੇ। ਮਾਲਕ ਨੂੰ ਨਹੀਂ ਪਤਾ ਲੱਗੇ ਜਿਹਦੇ ਘਰ 'ਚ ਉਹ ਵਿਚਾਰਾ ਸੁੱਤਾ ਹੋਇਆ ਰਾਤ 12 ਤੋਂ 2 ਅਤੇ ਤੁਸੀਂ ਵੀ ਸੌਂ ਗਏ ਹੋਗੇ। ਹੁਣ ਪਰ ਉਹ ਗੁਰੂ ਨੂੰ ਤਾਂ ਪਤਾ ਨਾ ਵੀ ਦੱਸ ਇਹਨੇ ਪੈਸੇ ਵੀ ਲੈ ਲੈਣੇ ਨੇ ਅਤੇ ਸੌਂ ਵੀ ਗਿਆ। ਇਸ ਲਈ ਬੜਾ ਸਾਵਧਾਨ ਰਹਿਣਾ ਹੁੰਦਾ।
ਇਹ ਨਹੀਂ ਸੋਚਣਾ ਵੀ ਆਹ ਖੱਬੇ ਸੱਜੇ ਵੇਖ ਕੇ ਵੀ ਕੋਈ ਨਹੀਂ ਵੇਖਦਾ। ਹਾਂਜੀ, ਜਿਹਦੀ ਤੁਸੀਂ ਬਾਣੀ ਪੜ੍ਹ ਰਹੇ ਉਹ ਵੇਖ ਰਿਹਾ ਹੈ। ਖੱਬੇ ਸੱਜੇ ਵਾਲਾ ਸਾਡੀ ਕਿਸਮਤ ਨਹੀਂ ਲਿਖਣੀ, ਸਾਡੀ ਕਿਸਮਤ ਪਰਮਾਤਮਾ ਨੇ ਲਿਖਣੀ ਹੈ, ਅਤੇ ਉਹ ਜਾਣੀ ਜਾਣ ਹੈ, ਉਹ ਜਾਣੀ ਜਾਣ ਹੈ। ਸੋ ਕਹਿੰਦੇ ਆਵਣ ਜਾਣਾ ਤਿਹ ਮਿਟੈ, ਨਾਨਕ ਜਿਹ ਮਨ ਸੋਏ। ਜੰਮਣਾ ਮਰਨਾ ਉਸ ਦਾ ਮਿਟਦਾ ਹੈ ਜਿਸ ਦੇ ਮਨ 'ਚ ਸੋਏ ਪਾ ਪਰਮਾਤਮਾ ਵਸ ਗਿਆ ਹੈ, ਉਹਦਾ ਮਿਟਦਾ ਹੈ। ਪੌੜੀ ਏਉ ਜੀ ਬਹੁਤ ਗਰਭ ਵਸ, ਲਿਖਿਆ ਤਾਂ ਗਰਭ ਹੈ, ਪਰ ਗਰਭ ਕੋਈ ਸ਼ਬਦ ਨਹੀਂ ਹੈ, ਗਰਭ ਸ਼ਬਦ ਹੈ, ਮੈਨੂੰ ਗਰਭ ਬੋਲਣਾ। ਏਉ ਜੀ ਬਹੁਤ ਗਰਭ ਵਾਸੇ, ਮੋਹ ਮਗਰ ਮੀਠ ਜੋਨ ਫਾਸੇ। ਇਹ ਜਿਹੜੇ ਜੀਵ ਨੇ ਬਹੁਤ ਜੂਨੀਆਂ 'ਚ ਫਿਰਦੇ ਰਹੇ। ਕਿਉਂ ਫਿਰਦੇ ਰਹੇ? ਮੋਹ ਮਗਰ ਮੀਠ ਜੋਨ ਫਾਸੇ। ਮਾਇਆ ਦਾ ਮੋਹ ਮਿੱਠਾ ਲੱਗਾ, ਇਸ ਲਈ ਜੂਨੀਆਂ 'ਚ ਫਸ ਗਏ। ਕਦੇ ਕਿਸੇ ਜੂਨੀ ਚਾਹੁੰਦੇ, ਕਦੇ ਕਿਸੇ ਜੂਨੀ ਚਾਹੁੰਦੇ ਨੇ। ਇਨ ਮਾਇਆ ਤ੍ਰੈ ਗੁਣ ਬਸ ਕੀਨੇ। ਮਾਇਆ ਨੇ, ਜਿਹੜੇ ਮਾਇਆ ਦੇ ਤਿੰਨਾਂ ਗੁਣਾ ਜੀਵ ਨੇ, ਰਜੋ ਤਮੋ ਸਤੋ, ਉਹਨਾਂ ਨੂੰ ਵਸ 'ਚ ਕੀਤਾ ਹੋਇਆ ਹੈ। ਮਾਇਆ ਦੇ ਤਿੰਨਾਂ ਗੁਣਾਂ ਨੇ ਸਭ ਨੂੰ ਵਸ 'ਚ ਕੀਤਾ ਹੋਇਆ ਹੈ। ਆਪਨ ਮੋਹ ਘਟੇ ਘਟ ਦੀਨੇ। ਇਹ ਮਾਇਆ ਦਾ ਮੋਹ ਤੇ ਹਰ ਇੱਕ ਸਰੀਰ ਵਿੱਚ ਹੈ, ਘਟ ਸਰੀਰ, ਹਰ ਇੱਕ ਸਰੀਰ 'ਚ ਮਾਇਆ ਦਾ ਮੋਹ ਹੈ। ਇਹ ਸਾਜਨ ਕਛੁ ਕਹੋ ਉਪਾਇਆ। ਹੇ ਸਜਣੋ, ਕੁਛ ਉਪਾਅ ਦੱਸੋ ਵੀ ਕਿਵੇਂ ਬਚਾਅ ਹੋਵੇ। ਜਾਂ ਤੇ ਤਰੋਂ ਬਿਖਮ ਇਹ ਮਾਇਆ, ਤਾਂ ਜੋ ਇਹ ਮਾਇਆ ਜਿਹੜੀ ਤਰਨੀ ਬਹੁਤ ਔਖੀ ਹੈ, ਇਸ ਨੂੰ ਮੈਂ ਕਿਵੇਂ ਤਰ ਸਕਾਂ, ਇਸ ਤੋਂ ਕਿਵੇਂ ਇਸ ਤੋਂ ਪਾਰ ਲੰਘ ਸਕਾਂ। ਉੱਤਰ ਦਿੱਤਾ ਹੁਣ, ਕਰ ਕਿਰਪਾ ਸਤ ਸੰਗ ਮਿਲਾਏ। ਜੇ ਪਰਮਾਤਮਾ ਕਿਰਪਾ ਕਰਕੇ ਜੀਵ ਨੂੰ ਸਤ ਸੰਗ 'ਚ ਮਿਲਾ ਦੇ ਨਾ, ਜਿਵੇਂ ਤੁਸੀਂ ਆਏ ਹੋ, ਤੁਹਾਡੇ 'ਤੇ ਪਰਮਾਤਮਾ ਦੀ ਕਿਰਪਾ ਹੈ। ਇਹ ਨਹੀਂ ਕਿ ਮੈਂ ਆਈ ਹਾਂ, ਨਹੀਂ, ਪਰਮਾਤਮਾ ਨੇ ਤੁਹਾਨੂੰ ਭੇਜਿਆ, ਇਸ ਲਈ ਉਹਦੇ ਸ਼ੁਕਰਗੁਜ਼ਾਰ ਹੋਣਾ ਜਾ ਕੇ, ਸੱਚੇ ਪਾਤਸ਼ਾਹ ਤੇਰੀ ਬੜੀ ਕਿਰਪਾ ਹੈ, ਅੱਜ ਤੂੰ ਸਤ ਸੰਗਤ ਬਖਸ਼ੀ ਹੈ, ਕੱਲ੍ਹ ਨੂੰ ਇਸੇ ਤਰ੍ਹਾਂ ਕਿਰਪਾ ਕਰੀ। ਕਰ ਕਿਰਪਾ ਸਤ ਸੰਗ ਮਿਲਾਏ। ਕਿਰਪਾ ਕਰਕੇ ਜਿਸ ਨੂੰ ਸਤ ਸੰਗਤ 'ਚ ਮਿਲਾ ਦਿੰਦਾ ਨਾ, ਨਾਨਕ ਤਾਕੈ ਨਿਕਟ ਨ ਮਾਏ। ਮਾਏ ਮੈਨੇ ਮਾਇਆ, ਮਾਇਆ ਉਹਦੇ ਨੇੜੇ ਵੀ ਨਹੀਂ ਜਾਂਦੀ, ਭਾਵ ਮਾਇਆ ਉਸ 'ਤੇ ਪ੍ਰਭਾਵ ਨਹੀਂ ਪਾ ਸਕਦੀ, ਮਾਇਆ ਉਸ ਦੇ ਮਨ ਨੂੰ ਮੋਹ ਨਹੀਂ ਸਕਦੀ। ਕਰ ਕਿਰਪਾ ਸਤ ਸੰਗ ਮਿਲਾਏ, ਕਰ ਕਿਰਪਾ ਸਤ ਸੰਗ ਮਿਲਾਏ, ਕਰ ਕਿਰਪਾ ਸਤ ਸੰਗ ਮਿਲਾਏ, ਕਰ ਕਿਰਪਾ ਸਤ ਸੰਗ ਮਿਲਾਏ। ਨਾਨਕ ਤਾਕੈ ਨਿਕਟ ਨ ਮਾਏ, ਨਾਨਕ ਤਾਕੈ ਨਿਕਟ ਨ ਮਾਏ, ਨਾਨਕ ਤਾਕੈ ਨਿਕਟ ਨ ਮਾਏ, ਨਾਨਕ ਤਾਕੈ ਨਿਕਟ ਨ ਮਾਏ। ਸਤਿਕਾਰਯੋਗ ਸਾਧ ਸੰਗਤ, ਜਿਹੜਾ ਨਾਮ ਜਪਦਾ ਰਹਿੰਦਾ, ਜਪਦਾ ਰਹਿੰਦਾ, ਫਜ਼ੂਲ ਦੀਆਂ ਚੀਜ਼ਾਂ ਫਿਰ ਉਸ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਸੋ ਜਿੰਨਾ ਸਮਾਂ ਮਿਲੇ ਭਜਨ ਬੰਦਗੀ ਕਰਨੀ, ਠੀਕ ਹੈ। ਸੰਸਾਰਿਕ ਧੰਦੇ ਵੀ ਕਰਨੇ ਨੇ, ਕਿਉਂਕਿ ਸਾਨੂੰ ਸਰੀਰ ਲੱਗਿਆ, ਸਾਡਾ ਪਰਿਵਾਰ ਹੈ, ਅਸੀਂ ਸੰਸਾਰ ਕੰਮ ਵੀ ਕਰਨੇ ਹਨ, ਪਰ ਜਿੰਨਾ ਸਮਾਂ ਮਿਲੇ ਭਜਨ ਬੰਦਗੀ 'ਤੇ ਲਾਉਣਾ। ਫਜ਼ੂਲ ਦੀਆਂ ਗੱਲਾਂ ਬਾਤਾਂ ਕਰਕੇ, ਹੀ ਹੂੰ ਕਰਕੇ ਨਹੀਂ ਸਮਾਂ ਖਰਾਬ ਕਰਨਾ। ਹੱਸਣਾ ਖੇਡਣ ਵੀ ਜ਼ਿੰਦਗੀ ਦਾ ਹਿੱਸਾ। ਇਹ ਨਹੀਂ ਕਿ ਉਂਝ ਮੂੰਹ ਜਿਹਾ ਲਮਕਾ ਕੇ ਬੈਠੇ ਰਹੋ, ਉਹ ਵੀ ਨਹੀਂ ਕਿਤੇ ਲਿਖਿਆ ਹੋਇਆ ਹੈ ਵੀ ਤੁਸੀਂ ਮੂੰਹ ਲਮਕਾ ਕੇ ਬੈਠੇ ਰਹੋ ਜੀ, ਹੈ ਬਿਮਾਰਾਂ ਵਾਂਗੂ ਬੈਠੇ ਰਹੋ ਜੀ, ਨਹੀਂ, ਖਿੜੇ ਮੱਥੇ ਰਹਿਣਾ ਹੈ। ਵੈਸੇ ਤਾਂ ਨਾਮ ਜਪਣ ਨਾਲ ਵੈਸੇ ਹੀ ਖਿੜੇ ਮੱਥੇ ਰਹਿੰਦਾ ਹੈ, ਕਿਉਂ? ਨਾਮ ਦੀ ਇੱਕ ਆਪਣੀ ਖੁਸ਼ੀ ਹੈ, ਨਾਮ ਅੰਦਰ ਖੇੜਾ ਲਿਆਉਂਦਾ, ਨਾਮ ਮਨੁੱਖ ਨੂੰ ਚੜ੍ਹਦੀਆਂ ਕਲਾਂ 'ਚ ਕਰਦਾ। ਆਹ ਡਿਪਰੈਸ਼ਨ ਕੀ ਹੈ? ਟਹਿੰਦੀਆਂ ਕਲਾਂ ਚਲੇ, ਮਨੁੱਖ ਟਹਿੰਦੀਆਂ ਕਲਾਂ 'ਚ ਚਲਿਆ ਗਿਆ ਹੈ। ਅਸੀਂ ਉਹਨੂੰ ਬਾਣੀ ਦਿੰਦੇ ਹਾਂ ਵੀ ਇਹਨੂੰ ਚੜ੍ਹਦੀਆਂ ਕਲਾਂ 'ਚ ਕਰੇ, ਕਿਉਂ? ਕਿੰਨਾਂ ਦੀ ਬਾਣੀ ਹੈ? ਜਿਹੜੇ ਜੰਗਾਂ ਯੁੱਧਾਂ ਦੇ ਵਿੱਚ ਚੜ੍ਹਦੀਆਂ ਕਲਾਂ 'ਚ ਰਹੇ, ਜਿਹੜੇ ਤੱਤੀਆਂ ਤਵੀਆਂ 'ਤੇ ਬੈਠ ਕੇ ਵੀ ਚੜ੍ਹਦੀਆਂ ਕਲਾਂ 'ਚ ਰਹੇ, ਜਿਹੜੇ ਚਾਂਦਨੀ ਚੌਂਕ 'ਚ ਸ਼ਹੀਦੀ ਦੇਣ ਵੇਲੇ ਚੜ੍ਹਦੀਆਂ ਕਲਾਂ 'ਚ ਰਹੇ, ਜਿਹੜੇ ਬੱਚੇ ਸਾਹਿਬਜ਼ਾਦੇ ਸ਼ਹੀਦੀ ਦੇਣ ਵੇਲੇ ਚੜ੍ਹਦੀਆਂ ਕਲਾਂ 'ਚ ਰਹੇ, ਉਹਨਾਂ ਦੀ ਬਾਣੀ ਹੈ ਇਹ। ਇਹ ਬਾਣੀ ਚੜ੍ਹਦੀਆਂ ਕਲਾਂ 'ਚ ਕਰਦੀ ਹੈ ਬੰਦੇ ਨੂੰ।
ਅਸੀਂ ਡਿਪਰੈਸ਼ਨ 'ਚੋਂ ਕੱਢਦੇ ਨੇ ਉਹਨੂੰ ਬਾਣੀ ਦੇ ਕੇ ਵੀ ਲੈ ਇਹ ਜੇ ਆਪ ਨਹੀਂ ਪੜ੍ਹਦਾ ਇਹਨੂੰ ਬਾਣੀ ਪੜ੍ਹ ਕੇ ਜਲ ਪਿਲਾਓ। ਬਾਣੀ ਪਾਣੀ 'ਤੇ ਅਸਰ ਕਰੇਗੀ, ਪਾਣੀ ਫਿਰ ਇਸ 'ਤੇ ਅਸਰ ਕਰੇਗਾ, ਇਹਨੂੰ ਹੌਲੀ ਹੌਲੀ ਚੜ੍ਹਦੀਆਂ ਕਲਾਂ 'ਚ ਕਰ ਦੇਗਾ। ਨਾਲ ਦਵਾਈ ਲਓ ਅਤੇ ਠੀਕ ਠਾਕ ਹੋ ਜਾਏਗਾ, ਇਹ ਡਿਪਰੈਸ਼ਨ 'ਚੋਂ ਬਾਹਰ ਆ ਜਾਏਗਾ। ਸੋ ਇਹ ਬਾਣੀ ਹੈ, ਇਹ ਰੱਬੀ ਬਾਣੀ ਹੈ, ਇਹ ਕੋਈ ਕਿਸੇ ਸਧਾਰਨ ਬੰਦੇ ਦੀ ਨਹੀਂ ਲਿਖੀ ਹੋਈ। ਰੱਬੀ ਬਾਣੀ ਹੈ, ਗੁਰੂਆਂ ਦੇ ਬੋਲਾਂ ਰਾਹੀਂ ਸੰਸਾਰ 'ਤੇ ਆਈ ਹੈ। ਇਸ ਲਈ ਭਾਈ ਬਾਣੀ ਪੜ੍ਹੋ, ਨਾਮ ਜਪੋ, ਆਪਣਾ ਦਸਾਂ ਨਾਮ ਦੀ ਕਿਰਤ ਕਰਕੇ ਬੱਚੇ ਪਾਲੋ, ਮੌਜ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।